ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਕੁਝ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਉਹਨਾਂ ਦੇ ਵਿੱਚ ਇੱਕ ਤਾਂ ਕੈਨੇਡਾ ਦੀਆਂ 에ਅਰਪੋਰਟਸ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਦੀਆਂ 에ਅਰਪੋਰਟਸ ਦੇ ਉੱਤੇ ਭੀੜ ਬਹੁਤ ਆ, ਲੰਬੇ ਸਮੇਂ ਤੋਂ ਅਸੀਂ ਸੁਣਦੇ ਆ ਰਹੇ ਹਾਂ। ਹੁਣ ਲੋਕਾਂ ਦਾ ਸਮਾਨ ਵੀ ਇੱਧਰ ਉੱਧਰ ਹੋਣ ਲੱਗ ਪਿਆ। ਘਰਾਂ ਦੇ ਕਿਰਾਏ ਲਗਾਤਾਰ ਵੱਧ ਰਹੇ ਨੇ। ਵੈਨਕੂਵਰ ਬਾਰੇ ਅਸੀਂ ਬਹੁਤ ਸਾਰੀ ਗੱਲਬਾਤ ਕੀਤੀ। ਅੱਜ ਟੋਰਾਂਟੋ ਬਾਰੇ ਵੀ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਵਾਪਰਿਆ, 50 ਲੋਕਾਂ ਦੀ ਮੌਤ ਹੋ ਗਈ ਆ। ਇਲੀਗਲ ਤਰੀਕੇ ਨਾਲ ਇੱਧਰ ਆ ਰਹੇ ਸੀ ਅਮਰੀਕਾ ਦੇ ਵਿੱਚ, ਮੈਕਸੀਕੋ ਵਾਲੇ ਪਾਸਿਓਂ। ਫਰੀडम ਕਨਵੋਏ ਤੁਹਾਨੂੰ ਯਾਦ ਹੋਊਗਾ ਆਟਵਾ ਦੇ ਵਿੱਚ ਹੋਇਆ ਸੀ। ਉਹਦੀ ਪ੍ਰਬੰਧਕ ਜਿਹੜੀ ਆਰਗੇਨਾਈਜ਼ਰ ਸੀ ਟਮਾਰਾ ਲਿਚ, ਉਹਨੂੰ ਫਿਰ ਗ੍ਰਿਫਤਾਰ ਕੀਤਾ। ਕੀ ਮਾਮਲਾ ਆ? ਮੈਡੀਸਨ ਹੈਡ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਗੱਲਬਾਤ ਸਾਂਝੀ ਕਰਾਂਗੇ। ਅੰਟੈਰੀਓ ਦੇ ਵਿੱਚ ਇੱਕ ਨਵਾਂ ਵਾਇਰਸ ਸਾਹਮਣੇ ਆਇਆ, ਰੈਬਿਟਸ ਦੇ ਵਿੱਚ। ਨਵੀਂ ਗੱਲਬਾਤ ਦੱਸ ਰਹੇ ਆ, ਥੋੜ੍ਹਾ ਜਿਹਾ ਡਰ ਵੀ ਰਹੇ ਆ ਇਹਦੇ ਤੋਂ। ਰੈਂਟਲ ਕਾਰਾਂ ਨਹੀਂ ਮਿਲ ਰਹੀਆਂ। ਪਹਿਲਾਂ ਸੀਗਾ ਕਿ ਨਵੀਆਂ ਕਾਰਾਂ ਦੀ ਵੇਟਿੰਗ ਬਹੁਤ ਆ, ਫਿਰ ਸੀਗਾ ਜਿਹੜੀਆਂ ਯੂਜ਼ਡ ਕਾਰਾਂ ਦੀ ਵੇਟ ਬਹੁਤ ਆ, ਮਿਲ ਨਹੀਂ ਰਹੀਆਂ ਜਾਂ ਮਹਿੰਗੀਆਂ ਬਹੁਤ ਆ, ਤੇ ਹੁਣ ਰੈਂਟਲ ਕਾਰਾਂ ਵੀ ਨਹੀਂ ਮਿਲ ਰਹੀਆਂ। ਅਮਰੀਕਾ ਦੇ ਵਿੱਚ ਸੈਂਕੜੇ ਫਲਾਈਟਾਂ ਕੈਂਸਲ ਹੋਈਆਂ। ਕੀ ਕਾਰਨ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ। ਵੈਨਕੂਵਰ ਦੇ ਵਿੱਚ 1000 ਸਾਲ ਪੁਰਾਣਾ ਦਰਖਤ ਮਿਲਿਆ, ਇਹਦੇ ਬਾਰੇ ਵੀ ਅੱਜ ਖਾਸ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲੀ ਖਬਰ ਏਅਰਪੋਰਟ ਦੇ ਉੱਤੇ ਹੋਣ ਵਾਲੀ ਦੇਰੀ ਤੇ ਲੋਕਾਂ ਦੇ ਗੁਆਚ ਰਹੇ ਸਮਾਨ ਬਾਰੇ। ਗੁਆਚ ਰਹੇ ਮਤਲਬ ਸਮੇਂ 'ਤੇ ਸਮਾਨ ਨਹੀਂ ਮਿਲ ਰਿਹਾ। ਜਦੋਂ ਪੈਂਡੈਮਿਕ ਖਤਮ ਹੋਈ ਆ, ਲੋਕਾਂ ਨੇ ਟਰੈਵਲ ਕਰਨਾ ਸ਼ੁਰੂ ਕਰ ਦਿੱਤਾ ਤੇ ਗਿਣਤੀ ਵੱਧ ਗਈ। ਦੂਜੇ ਪਾਸੇ ਸਟਾਫ ਘਟ ਗਿਆ। ਏਅਰਲਾਈਨ ਕਿਉਂਕਿ ਪੱਕੀਆਂ ਹੀ ਬੰਦ ਹੋ ਗਈਆਂ ਸੀ, ਉਹਨਾਂ ਦਾ ਕੰਮਕਾਰ ਪੂਰੀ ਤਰ੍ਹਾਂ ਹੀ ਪੈਂਡੈਮਿਕ ਦੇ ਵਿੱਚ ਬੰਦ ਹੋ ਗਿਆ ਸੀ ਤੇ ਸਟਾਫ ਵੀ ਉਸ ਹਿਸਾਬ ਦੇ ਨਾਲ ਘਟ ਗਿਆ ਸੀ। ਉਹਦੇ ਤੋਂ ਬਾਅਦ ਹੁਣ ਸਟਾਫ ਪੂਰਾ ਨਹੀਂ ਮਿਲ ਰਿਹਾ। ਹਰ ਇੱਕ ਕੰਮਕਾਰ ਦੇ ਵਿੱਚ ਕਾਮਿਆਂ ਦੀ ਕਮੀ ਕੈਨੇਡਾ ਦੇ ਵਿੱਚ ਹੈਗੀ ਆ। ਅਮਰੀਕਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ। ਤੇ ਇਸੇ ਤਰ੍ਹਾਂ ਇਹ ਜਿਹੜਾ ਏਅਰਲਾਈਨ ਦਾ ਕ੍ਰਿਊ ਆ, ਇਹਦੀ ਵੀ ਕਮੀ ਦੱਸੀ ਜਾ ਰਹੀ ਆ। ਇਹ ਕਮੀ ਦੇ ਕਾਰਨ, ਕੁਝ ਬੰਦਿਸ਼ਾਂ ਦੇ ਕਾਰਨ ਲੋਕਾਂ ਨੂੰ ਖੱਜਲ ਖਰਾਬੀ ਹੋ ਰਹੀ ਆ ਲੋਕਾਂ ਦੀ ਏਅਰਪੋਰਟਾਂ ਦੇ ਉੱਤੇ। ਜਿੱਥੇ ਬੰਦਾ 2 ਘੰਟੇ ਦੇ ਵਿੱਚ ਜਿਹੜਾ ਕੰਮ ਹੋ ਜਾਂਦਾ ਸੀ, ਪਹਿਲਾਂ 2 ਘੰਟੇ ਦੇ ਵਿੱਚ ਜਹਾਜ਼ ਤੱਕ ਪਹੁੰਚ ਜਾਂਦਾ ਸੀ, ਹੁਣ 4-4 5-5 ਘੰਟੇ ਲੱਗ ਰਹੇ ਆ ਤੇ ਬਹੁਤੇ ਲੋਕਾਂ ਦੀਆਂ ਫਲਾਈਟਾਂ ਵੀ ਮਿਸ ਹੋ ਰਹੀਆਂ। ਇਹ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸੀ। ਹੁਣ ਨਵੀਂ ਸਿਰਦਰਦੀ ਲੋਕਾਂ ਦੀ ਸਾਹਮਣੇ ਆ ਰਹੀ ਆ ਵੀ ਬੰਦਾ ਟਾਈਮ 'ਤੇ ਕਿਸੇ ਤਰ੍ਹਾਂ ਫਲਾਈਟ ਲੈ ਕੇ ਪਹੁੰਚ ਜਾਂਦਾ, ਕੈਨੇਡਾ ਉਹਦਾ ਸਮਾਨ ਨਹੀਂ ਪਹੁੰਚਦਾ। ਉਹ ਲੱਭਦਾ ਹੀ ਨਹੀਂ ਉਹਨੂੰ ਕਿ ਉਹਦਾ ਅਟੈਚੀ ਕਿੱਥੇ ਗਿਆ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਖੱਜਲ ਖਰਾਬ ਹੋਣਾ ਪੈ ਰਿਹਾ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਸਟਾਫ ਦੀ ਲੋੜ ਆ ਤੇ ਸਟਾਫ ਹੈ ਨਹੀਂ। ਉਹਦੇ ਕਰਕੇ ਏਅਰ ਕੈਨੇਡਾ ਦੀਆਂ ਕੁਝ ਫਲਾਈਟਸ ਦੀਆਂ ਸਮੱਸਿਆਵਾਂ ਵੀ ਸਾਹਮਣੇ ਆਈਆਂ। ਬਹੁਤ ਸਾਰੇ ਲੋਕ ਜਿਹੜੇ ਕੋਈ ਕਿਤੇ ਗਿਆ ਸੀ, ਕੋਈ ਕਿਤੇ ਗਿਆ ਸੀ, ਜਦੋਂ ਹੀ ਵਾਪਸ ਆ ਰਹੇ ਆ ਤੇ ਆ ਕੇ ਜਿਹੜਾ ਉਹ ਦੇਖ ਰਹੇ ਆ ਆਪਣਾ ਜਿਹੜਾ ਅਟੈਚੀ ਉਹ ਨਹੀਂ ਨਿਬੜਦਾ, ਲੱਭਦਾ। ਤੇ ਫਿਰ ਜਦੋਂ ਪੁੱਛਿਆ ਜਾਂਦਾ ਤਾਂ ਉਹਦੇ ਬਾਰੇ ਵੀ ਕੋਈ ਬਹੁਤਾ ਜਵਾਬ ਨਹੀਂ ਮਿਲ ਰਿਹਾ। ਲੋਕਾਂ ਦਾ ਜ਼ਰੂਰੀ ਕੰਮ ਕਾਰ ਆ, ਕਈ ਵਾਰੀ 1-2 ਹਫ਼ਤੇ ਲਈ ਲੋਕ ਆਏ ਹੁੰਦੇ ਆ, ਪਰ 1-2 ਹਫ਼ਤਾ ਲੰਘਣ ਦੇ ਬਾਵਜੂਦ ਵੀ ਉਹਨਾਂ ਦਾ ਸਮਾਨ ਉਹਨਾਂ ਨੂੰ ਨਹੀਂ ਮਿਲ ਰਿਹਾ। ਲੋਕ ਕਾਰਨ ਪੁੱਛਿਆ ਜਾ ਰਿਹਾ ਵੀ ਇੱਦਾਂ ਕਿਉਂ ਹੋ ਰਿਹਾ। ਉਹ ਕਹਿੰਦੇ ਲੋਕ ਜ਼ਿਆਦਾ ਟਰੈਵਲ ਕਰ ਰਹੇ ਆ, ਸਟਾਫ ਸਾਡੇ ਕੋਲ ਹੈ ਨਹੀਂ। ਪਿਛਲੇ ਕੁਝ ਮਹੀਨਿਆਂ ਤੋਂ ਇਹੀ ਹਾਲ ਆ। ਲੰਮੀਆਂ ਜਿਹੜੀਆਂ ਲਾਈਨਾਂ ਲੱਗੀਆਂ ਆ ਤੇ ਲੋਕ ਹੁਣ ਫਲਾਈਟਾਂ ਕੈਂਸਲ ਹੋ ਰਹੀਆਂ, ਸਮਾਨ ਕਿਸੇ ਪਾਸੇ ਜਾ ਰਿਹਾ, ਲੋਕ ਕਿਸੇ ਪਾਸੇ ਜਾ ਰਹੇ ਆ। ਤੇ ਇਹ ਹੁਣ ਇੱਕ ਹੋਰ ਮਸਲਾ ਇਹ ਸਾਰੇ ਕੁਝ ਦੇ ਵਿੱਚ ਸਮਾਨ ਗੁਆਚਣ ਦਾ ਨਾਲ ਜੁੜ ਗਿਆ ਆ। ਤੇ ਦੂਜਾ ਇਹ ਕਹਿੰਦੇ ਵੀ ਜਿਹੜੀ ਇਹ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਬਾਰੇ ਖਬਰ ਪਿਛਲੇ ਦਿਨਾਂ ਦੇ ਵਿੱਚ ਆਈ ਸੀ, ਜਿਹੜੇ ਏਅਰ ਕੈਨੇਡਾ ਦੇ ਐਗਜ਼ੈਕਟਿਵ ਨੇ, ਉਹਨਾਂ ਨੇ ਸਾਬਕਾ ਏਅਰ ਕੈਨੇਡਾ ਐਗਜ਼ੈਕਟਿਵ ਨੇ ਇਹ ਗੱਲ ਦੱਸੀ ਸੀ ਕਿ ਅਗਸਤ ਤੱਕ ਇੱਦਾਂ ਹੀ ਰਹਿ ਸਕਦਾ। ਅਜੇ 1-2 ਮਹੀਨੇ ਹੋਰ ਇਹ ਹਾਲਤ ਇੱਦਾਂ ਹੀ ਰਹੂਗੀ। ਮਿਸੀਸਾਗਾ ਦੇ ਮੇਅਰ ਨੂੰ ਜਦੋਂ ਪੁੱਛਿਆ ਗਿਆ ਸੀ ਵੀ ਇੱਥੇ ਕਿਉਂ ਹੋ ਰਿਹਾ ਤੁਹਾਡੇ, ਪੀਅਰਸਨ ਜਿਹੜੇ ਮਿਸੀਸਾਗਾ ਦੇ ਮੇਅਰ ਨੇ ਕਿਹਾ ਸੀ ਕਿ ਪੀਅਰਸਨ ਏਅਰਪੋਰਟ ਦੇ ਉੱਤੇ ਇਹ ਸਾਰਾ ਕੁਝ ਕਿਉਂ ਇਹਨਾਂ ਸਮੱਸਿਆਵਾਂ ਹੋ ਰਹੀਆਂ, ਤੇ ਉਹ ਕਹਿੰਦੇ ਸੀ ਫੈਡਰਲ ਸਰਕਾਰ ਜਿਹੜੀ ਆ ਇਹਦਾ ਹੱਲ ਕਰੇ, ਉਹਨਾਂ ਨੂੰ ਇਹਦਾ ਹੱਲ ਕਰਨਾ ਚਾਹੀਦਾ। ਉਹਨਾਂ ਨੇ ਵੀ ਖਾਸ ਤੌਰ ਦੇ ਉੱਤੇ ਕਿਹਾ ਸੀ। ਯਾਤਰੀ ਲਗਾਤਾਰ ਪਰੇਸ਼ਾਨ ਨੇ ਤੇ ਹੁਣ ਇਸ ਸਾਰੇ ਕੁਛ ਦੇ ਵਿੱਚ ਕੁਛ ਜਿਹੜੇ ਯਾਤਰੀ ਨੇ ਉਹ ਆਪਣੇ ਐਕਸਪੀਰੀਅੰਸ ਸਾਂਝੇ ਕਰ ਰਹੇ ਨੇ, ਜੋ ਕੁਛ ਉਹਨਾਂ ਦੇ ਨਾਲ ਹੋਇਆ। ਕਿ ਵੈਸਟਜੈਟ ਫਲਾਈਟ ਦੇ ਵਿੱਚ ਇੱਕ ਯਾਤਰੀ ਨੇ ਦੱਸਿਆ ਵੀ ਉਹਦਾ ਸੂਟਕੇਸ ਹੀ ਗੁੰਮ ਹੋ ਗਿਆ। ਸੂਟਕੇਸ ਦੇ ਵਿੱਚ $400 ਦੇ ਉਹਦੇ ਹਾਈਕਿੰਗ ਬੂਟ ਸੀਗੇ ਤੇ $400 ਉਹਨੇ ਆਪਣਾ ਇੱਕ ਜਰਾਬ ਦੇ ਵਿੱਚ ਪਾ ਕੇ ਰੱਖਿਆ ਸੀ। ਤੇ ਉਹ ਕਹਿੰਦਾ ਵੀ ਬੂਟ ਵੀ ਗਏ ਤੇ ਉਹ $400 ਵੀ ਹਜੇ ਤੱਕ ਨਹੀਂ ਮਿਲ ਰਿਹਾ। ਜਦੋਂ ਫਿਰ ਉਹ ਆ ਕੇ ਵਾਪਸ ਉੱਥੇ ਕਲੇਮ ਸੈਂਟਰ ਦੇ ਉੱਤੇ ਪੁੱਛਦੇ ਆ ਵੀ ਸਾਡਾ ਸਮਾਨ ਕਿੱਥੇ ਆ, ਤੇ ਉਹ ਜਿਹੜੇ ਉਹ ਦੱਸ ਰਹੇ ਆ, ਜਵਾਬ ਅੱਗੇ ਉਹ ਇਹ ਦੇ ਰਿਹਾ ਕਿ ਉੱਥੇ ਤਾਂ ਬਹੁਤ ਸਾਰੇ ਸੈਂਕੜੇ ਬੈਗ ਇਸੇ ਤਰ੍ਹਾਂ ਦੇ ਪਏ ਆ ਤੇ ਸਾਡੇ ਕੋਲ ਇਹਦਾ ਹਜੇ ਤੱਕ ਸਟਾਫ ਨਹੀਂ ਜਿਹੜਾ ਇਹਦੇ ਨਾਲ ਇਹਨੂੰ ਹੈਂਡਲ ਕਰ ਸਕੇ। ਸੋ ਇਹ ਇੱਕ ਬਹੁਤ ਸਾਰੇ ਲੋਕ ਫੇਸਬੁੱਕ ਦੇ ਉੱਤੇ ਪੋਸਟਾਂ ਸਾਂਝੀਆਂ ਕਰ ਰਹੇ ਵੀ ਢੇਰਾਂ ਦੇ ਢੇਰ ਪਏ ਟੈਚੀਆਂ ਦੇ ਬੈਗਾਂ ਦੇ, ਜਿਨ੍ਹਾਂ ਦਾ ਪਤਾ ਕੁਛ ਨਹੀਂ ਲੱਗਦਾ ਵੀ ਕਿਹਨੂੰ ਕਿੱਦਾਂ ਪਹੁੰਚਾਉਣਾ ਆ। ਹੁਣ ਮਤਲਬ ਇੱਦਾਂ ਲੱਗ ਰਿਹਾ ਵੀ ਜਿੱਦਾਂ ਲੋਕਾਂ ਦਾ ਫਿਕਰ ਕੋਈ ਨਹੀਂ ਆ। ਇਹਨਾਂ ਏਅਰਲਾਈਨਸ ਨੂੰ ਟਿਕਟਸ ਦੇ ਨਾਲ ਮਤਲਬ ਆ, ਤੇ ਟਿਕਟ ਤੁਸੀਂ ਤੁਹਾਡੀ ਲੈ ਲਈ ਤੇ ਉਹਦੇ ਤੋਂ ਬਾਅਦ ਜਦੋਂ ਤੁਹਾਡਾ ਸਮਾਨ
ਮਿਲਣਾ ਆ ਉਹ ਮਿਲ ਜਾਊਗਾ, ਇਹਨਾਂ ਨੂੰ ਕੋਈ ਬਹੁਤੀ ਕਾਲ ਨਹੀਂ ਲੱਗਦੀ। ਜਾਂ ਤਾਂ ਸਟਾਫ ਪੂਰਾ ਨਹੀਂ, ਜੇ ਸਟਾਫ ਪੂਰਾ ਨਹੀਂ ਤਾਂ ਫਲਾਈਟਸ ਚੱਲ ਕਿਉਂ ਰਹੀਆਂ ਆ। ਫੈਡਰਲ ਸਰਕਾਰ ਨੂੰ ਖਾਸ ਤੌਰ ਦੇ ਉੱਤੇ ਲੋਕ ਮੰਗ ਕਰ ਰਹੇ ਕਿ ਵਿੱਚ ਦਖਲ ਦੇ ਕੇ ਇਹਦਾ ਕੁਝ ਕਰਨਾ ਚਾਹੀਦਾ। ਦੇਰੀ ਬਰਦਾਸ਼ਤ ਕੀਤੀ ਜਾ ਸਕਦੀ ਸੀ ਪਹਿਲਾਂ ਵੀ, ਜਿੱਥੇ 1 ਘੰਟਾ ਲੱਗਦਾ ਉੱਥੇ 3 ਘੰਟੇ ਲੱਗ ਜਾਣ, ਪਰ ਸਮਾਨ ਹੀ ਤੁਹਾਡਾ ਗੁੰਮ ਗਿਆ ਤੇ ਇਹਦਾ ਹੱਲ ਕੋਈ ਨਹੀਂ ਲੱਭ ਰਿਹਾ। ਦੂਜਾ, ਇੱਥੇ ਕਿਉਂਕਿ ਬਾਰਡਰ ਆਫੀਸਰ ਜ਼ਿਆਦਾ ਚਾਹੀਦੇ ਆ, ਸਿਕਿਉਰਿਟੀ ਆਫੀਸਰ ਜ਼ਿਆਦਾ ਚਾਹੀਦੇ ਆ। ਜਿਹੜੇ ਸਾਡੇ ਟਰਾਂਸਪੋਰਟੇਸ਼ਨ ਦੇ ਮਿਨਿਸਟਰ ਨੇ ਉਮਰ ਅਲ ਗਾਬਰਾ, ਉਹਨਾਂ ਨੇ ਪਿਛਲੇ ਵੀਕ ਦੇ ਵਿੱਚ ਇਹ ਗੱਲਬਾਤ ਕਹੀ ਸੀ ਕਿ ਸਾਰਾ ਕੰਮ ਸਾਡਾ ਨਹੀਂ ਹੈ, ਕੁਝ ਸਮੱਸਿਆਵਾਂ ਦੇ ਲਈ ਏਅਰਲਾਈਨਸ ਵੀ ਜ਼ਿੰਮੇਵਾਰ ਆ, ਕਿ ਸਰਕਾਰ ਸਾਰਾ ਕੁਝ ਨਹੀਂ ਕਰ ਸਕਦੀ। ਜਿਹੜੀਆਂ ਏਅਰਲਾਈਨਸ ਆ ਉਹਨਾਂ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਆਮ ਲੋਕਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਕਿ ਏਅਰਲਾਈਨ ਨਹੀਂ ਕੁਝ ਕਰ ਰਹੀ ਜਾਂ ਸਰਕਾਰ ਨਹੀਂ ਕੁਝ ਕਰ ਰਹੀ, ਪਰ ਉਹ ਖੱਜਲ ਖਰਾਬ ਇਹਦੇ ਵਿੱਚ ਹੋ ਰਹੇ ਆ। ਜਦੋਂ ਏਅਰ ਕੈਨੇਡਾ ਇਹ ਕਹਿ ਰਹੀ ਹੈ ਕਿ ਬਹੁਤੇ ਜਿਹੜੇ ਟਰੈਵਲਰ ਨੇ ਉਹ ਤਾਂ ਆਪਣਾ ਸਮਾਨ ਲੈ ਕੇ ਪਹੁੰਚ ਜਾਂਦੇ ਆ, ਪਰ ਇਹ ਵੀ ਉਹਨਾਂ ਨੇ ਸਵੀਕਾਰ ਕੀਤਾ ਕਿ ਜਿਹਨਾਂ ਲੋਕਾਂ ਦਾ ਸਮਾਨ ਗੁਆਚਦਾ ਉਹਨਾਂ ਦੀ ਗਿਣਤੀ ਵਧੀ ਹੈ। ਅਟੈਚੀ ਇੱਧਰ ਉੱਧਰ ਹੋ ਜਾਣੇ, ਸਮਾਨ ਇੱਧਰ ਉੱਧਰ ਹੋ ਜਾਣਾ ਕੋਈ ਨਵੀਂ ਗੱਲ ਨਹੀਂ ਹੈ, ਪਹਿਲਾਂ ਵੀ ਇਹ ਕੁਝ ਹੁੰਦਾ ਰਿਹਾ, ਪਰ ਹੁਣ ਉਹਦੀ ਗਿਣਤੀ ਉਹਨਾਂ ਲੋਕਾਂ ਦੀ ਅਸਾਧਾਰਨ ਰੂਪ ਦੇ ਵਿੱਚ ਵੱਧ ਗਈ ਹੈ, ਬਹੁਤ ਜ਼ਿਆਦਾ ਗਿਣਤੀ ਵੱਧ ਗਈ ਹੈ। ਵੀ ਪਹਿਲਾਂ ਇੱਦਾਂ ਨਹੀਂ ਸੀ ਹੁੰਦਾ, ਤੇ ਹੁਣ ਵੱਡਾ ਕਾਰਨ ਬੈਕਲੌਗ ਹੀ ਦੱਸਿਆ ਜਾ ਰਿਹਾ ਕਿ ਜੋ ਕੁਝ ਪਿਛਲਾ ਸਾਰਾ ਕੰਮ ਪਿਆ ਆ ਉਹ ਹੋਰ ਜਮ੍ਹਾਂ ਹੋਈ ਜਾਂਦਾ, ਅੱਗੇ ਹੋਰ ਉਨੀਆਂ ਗਲਤੀਆਂ ਹੋਈ ਜਾਂਦੀਆਂ, ਤੇ ਉਹਦੇ ਨਾਲ ਇਹ ਸਾਰੀਆਂ ਸਮੱਸਿਆਵਾਂ ਆ ਰਹੀਆਂ ਆ। ਦੱਸਦੇ ਇਹ ਆ ਕਿ ਜਦੋਂ ਇੱਕ ਜਹਾਜ਼ ਕਸਟਮ ਦੇ ਉੱਤੇ ਬੈਕਲੌਗ ਕਰਕੇ ਉੱਥੇ ਟਰਮੀਨਲ ਦੇ ਗੇਟ 'ਤੇ ਰੁਕਿਆ ਰਹਿੰਦਾ ਆ, ਤੇ ਉਹ ਆਪਣੀ ਅਗਲੀ ਉਡਾਣ ਦੇ ਲਈ ਲੋਡ ਨਹੀਂ ਹੋ ਸਕਦਾ। ਉਹ ਕਹਿੰਦੇ ਸਾਡੀ ਤਰਜੀਹ ਹੈਗੀ ਹੈ ਕਿ ਅਸੀਂ ਇਹਨੂੰ ਠੀਕ ਠਾਕ ਕਰ ਦਈਏ। ਜਦੋਂ ਵੈਸਟਜੈਟ ਨੂੰ ਇਹ ਪੁੱਛਿਆ ਵੀ ਕੀ ਕਰਨਾ ਇਹਦਾ, ਉਹ ਕਹਿੰਦੇ ਫਲਾਈਟਾਂ ਲੇਟ ਹੋ ਰਹੀਆਂ, ਫਲਾਈਟਾਂ ਕੈਂਸਲ ਹੋ ਰਹੀਆਂ, ਤੇ ਸੋਰਸ ਸਾਡੇ ਕੋਲ ਹੈ ਨਹੀਂ, ਇਸ ਕਰਕੇ ਇਹ ਸਾਰਾ ਗੜਬੜ ਜਿਹੜੀ ਹੋ ਰਹੀ ਆ। ਕੁਛ ਜਿਹੜੇ ਪ੍ਰੋਫੈਸਰ ਇਸ ਕੰਮ ਦੇ ਮਾਹਰ ਨੇ ਉਹ ਵੀ ਦੱਸ ਰਿਹਾ ਕਿ ਇਹ ਜਿਹੜੇ ਸਾਰਿਆਂ ਦੇ ਲਈ ਜਿਹੜੇ ਭਾਵੇਂ ਉੱਥੇ ਭੀੜ ਪਈ ਆ, ਭਾਵੇਂ ਦੇਰੀ ਹੋ ਰਹੀ ਆ, ਤੇ ਇਹਦੇ ਲਈ ਏਅਰਲਾਈਨਾਂ ਤੇ ਸਰਕਾਰ ਜ਼ਿੰਮੇਵਾਰ ਆ। ਉਹ ਕਹਿੰਦੇ ਇਹਨਾਂ ਨੇ ਤਿਆਰੀ ਨਹੀਂ ਸੀ ਪੂਰੀ ਕੀਤੀ, ਵੀ ਘੱਟੋ ਘੱਟ ਇਹਨਾਂ ਨੂੰ ਤਿਆਰੀ ਕਰਨੀ ਚਾਹੀਦੀ ਸੀ ਤਾਂ ਕਿ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈਂਦਾ। ਮਿਨਿਸਟਰ ਗਾਬਰਾ ਨੇ ਸੋਮਵਾਰ ਨੂੰ ਵੀ ਇਹ ਗੱਲਬਾਤ ਕਹੀ ਆ ਕਿ ਜਿਹੜੀਆਂ ਕਈ ਥਾਵਾਂ ਦੇ ਉੱਤੇ ਹੁਣ ਸਥਿਤੀ ਸੁਧਰ ਰਹੀ ਆ। ਸਰਕਾਰ, ਉਹ ਕਹਿੰਦੇ, ਏਅਰਪੋਰਟਾਂ ਦੇ ਨਾਲ, ਏਅਰਲਾਈਨਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਆ, ਪਰ ਲੋਕ ਅਜੇ ਵੀ ਸਮਾਨ ਦੀ ਉਡੀਕ ਕਰ ਰਹੇ ਆ, ਤੇ ਜਿਹਦੀ ਪੁੱਛ ਪ੍ਰਤੀਤ ਬਹੁਤ ਹੀ ਨਹੀਂ ਹੋ ਰਹੀ। ਮੰਗ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਮੁਸ਼ਕਲ ਨਾ ਆਵੇ। ਅਸੀਂ ਵੈਨਕੂਵਰ ਇਲਾਕੇ ਦੀ ਅਕਸਰ ਗੱਲਬਾਤ ਕਰਦੇ ਹਾਂ ਵੀ ਇੱਥੇ ਘਰਾਂ ਦੀਆਂ ਕੀਮਤਾਂ ਬਹੁਤ ਨੇ, ਜਾਂ ਹੁਣ ਥੋੜ੍ਹੀਆਂ ਜਿਹੀਆਂ ਸੈੱਟ ਹੋ ਰਹੀਆਂ ਨੇ। ਇਹਦੇ ਨਾਲ ਹੀ ਘਰਾਂ ਦੇ ਕਿਰਾਇਆਂ ਦੀ ਗੱਲਬਾਤ ਵੀ ਚੱਲਦੀ ਆ। ਥੋੜ੍ਹੇ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਸੀ, ਜਿਹੜੀ CMHC ਦੀ ਰਿਪੋਰਟ ਸੀ। ਉਹਨੇ ਦੱਸਿਆ ਸੀ ਕਿ ਕੈਨੇਡਾ ਦੇ ਵਿੱਚ 2030 ਤੱਕ ਜਿੰਨੇ ਘਰਾਂ ਦੀ ਲੋੜ ਆ ਉਨੇ ਘਰ ਬਣਨੇ ਨਹੀਂ, ਤੇ ਮਤਲਬ ਘਰ ਸਸਤੇ ਨਹੀਂ ਹੋਣੇ। ਜਿਹਦਾ ਮਤਲਬ ਇਹ ਆ ਕਿ ਅਫੋਰਡੇਬਿਲਟੀ ਨਹੀਂ ਹੋਣੀ, ਜਾਂ ਦੂਜਾ ਮਤਲਬ ਇਹ ਆ ਕਿ ਜਿਹੜੇ ਲੋਕ ਘਰ ਲੈਣਾ ਚਾਹੁੰਦੇ ਆ ਉਹਨਾਂ ਦੀ ਗਿਣਤੀ ਜ਼ਿਆਦਾ ਆ, ਘਰ ਘੱਟ ਨੇ। ਘਰ ਨਹੀਂ ਲੈ ਸਕਦੇ, ਤੁਸੀਂ ਰੈਂਟ ਦੇ ਉੱਤੇ ਰਹਿ ਸਕਦੇ ਆ। ਬਹੁਤ ਸਾਰੇ ਲੋਕ ਰੈਂਟ ਦੇ ਉੱਤੇ ਲੰਬਾ ਸਮਾਂ ਰਹਿੰਦੇ ਆ। ਕੁਛ 10-15 ਸਾਲ ਪਹਿਲਾਂ ਥੋੜ੍ਹੇ ਸਾਲਾਂ ਦੇ ਵਿੱਚ ਲੋਕ ਆਪਣਾ ਘਰ ਲੈ ਲੈਂਦੇ ਸੀ, ਹੁਣ ਉਸ ਸਮੇਂ ਨੂੰ ਉਹਨੂੰ ਜ਼ਿਆਦਾ ਸਾਲ ਲੱਗ ਰਹੇ ਆ। ਇੱਕ ਨਵੀਂ ਰਿਪੋਰਟ ਆਈ ਆ, ਉਹ ਰਿਪੋਰਟ ਗ੍ਰੇਟਰ ਟੋਰਾਂਟੋ ਏਰੀਏ ਦੀ ਆ, GTA ਦੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਦੇਖਿਆ ਕਿ ਇੱਥੇ ਕਿਰਾਇਆਂ ਦੀ ਕੀ ਹਾਲਤ ਆ। ਤੇ ਗੱਲ ਬੜੀ ਹੈਰਾਨੀ ਵਾਲੀ ਆ ਕਿ ਕਿਰਾਇਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ, ਕਿ ਲੋਕਾਂ ਦੇ ਲਈ ਰਹਿਣਾ ਵੀ ਮੁਸ਼ਕਲ ਹੋ ਰਿਹਾ। ਅਫੋਰਡੇਬਿਲਟੀ, ਘਰ ਤੁਸੀਂ ਲੈ ਨਹੀਂ ਸਕਦੇ, ਤੇ ਕਿਰਾਏ ਇੰਨੇ ਜ਼ਿਆਦਾ ਹੋ ਰਹੇ ਆ ਕਿ ਤੁਹਾਡੇ ਵੱਸ ਦੇ ਵਿੱਚ ਨਹੀਂ ਆਉਂਦੇ। ਮਈ ਮਹੀਨੇ ਦੇ ਵਿੱਚ ਜਿਹੜੀ ਐਵਰੇਜ ਕਿਰਾਇਆ ਆ, ਦੱਸਦੇ ਕਿ 2019 ਤੋਂ ਬਾਅਦ ਸਭ ਤੋਂ ਵੱਡਾ ਇਹ ਜਿਹੜਾ ਕਿਰਾਏ, ਸਭ ਤੋਂ ਜ਼ਿਆਦਾ ਕਿਰਾਏ ਵਧੇ ਆ। ਮਈ ਮਹੀਨੇ ਦੇ ਵਿੱਚ ਜਿਹੜਾ ਐਵਰੇਜ ਕਿਰਾਇਆ GTA ਦੇ ਵਿੱਚ ਆ ਉਹ $2300 ਦੇ ਨੇੜੇ ਤੇੜੇ ਦੱਸਿਆ ਜਾ ਰਿਹਾ, ਜਿਹੜਾ ਕਿ ਅਪ੍ਰੈਲ ਨਾਲੋਂ ਵੀ 5-6% ਜ਼ਿਆਦਾ ਆ। 2021 'ਚ ਮਈ ਦੇ ਵਿੱਚ $2000 ਸੀ, $1998, ਤੇ ਹੁਣ ਇਹ $2327 ਦੱਸਿਆ ਜਾ ਰਿਹਾ। ਸੋ ਅੰਦਾਜ਼ਾ ਲਾ ਲਓ ਕਿ ਇੱਕ ਸਾਲ ਦੇ ਵਿੱਚ ਕਿਰਾਇਆਂ ਦੇ ਵਿੱਚ ਕਿੰਨਾ, ਔਸਤਨ ਕਿਰਾਏ ਦੇ ਵਿੱਚ ਕਿੰਨਾ ਵਾਧਾ ਹੋ ਗਿਆ। 16% ਦੀ ਵਾਧਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਇਹਦੇ ਵਿੱਚ ਹੋਇਆ, ਜਿਹੜਾ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਾਧਾ ਦੱਸਿਆ ਜਾ ਰਿਹਾ। ਇਹਦੇ ਵਿੱਚ ਉਹਨਾਂ ਨੇ ਜਿਹੜੇ ਸਿੰਗਲ ਫੈਮਲੀਜ਼ ਆ, ਕੌਂਡੋ ਤੇ ਜਾਂ ਅਪਾਰਟਮੈਂਟ, ਉਹਨਾਂ ਨੂੰ ਸ਼ਾਮਲ ਕੀਤਾ ਹੈ। ਪੈਂਡੈਮਿਕ ਹੋਈ 2020 ਤੇ 2021 ਦੇ ਵਿੱਚ, ਉਹਦੇ ਤੋਂ ਬਾਅਦ ਜਦੋਂ ਹੀ ਮਾਰਕੀਟ ਹੁਣ ਵਾਪਸ ਠੀਕ ਠਾਕ ਹੋਣ ਵੱਲ ਜਾ ਰਹੀ ਆ, ਤਾਂ ਉਸ ਵੇਲੇ ਇਹ ਕਿਰਾਇਆ ਲਗਾਤਾਰ ਵਧਣਾ ਸ਼ੁਰੂ ਹੋ ਗਿਆ, ਤੇ ਮਈ ਦੇ ਵਿੱਚ ਇਹ ਇੱਥੇ ਤੱਕ ਪਹੁੰਚ ਗਿਆ। ਮਈ 2019 ਦੇ ਵਿੱਚ ਜਿਹੜਾ ਇਹ ਕਿਰਾਇਆ ਆ 2365 ਦਰਜ ਕੀਤਾ ਗਿਆ ਸੀ। ਸੋ ਦੁਬਾਰਾ ਕਿਰਾਏ ਉੱਪਰ ਵੱਲ ਨੂੰ ਜਾਣੇ ਸ਼ੁਰੂ ਹੋ ਗਏ ਆ। ਜਿਹੜੀ ਕੋਵਿਡ ਦੇ ਕਰਕੇ ਕਿਤੇ ਨਾ ਕਿਤੇ ਸਾਰਾ ਕੁਝ ਘਟਿਆ ਸੀ,
ਕਿਰਾਏ ਘਟੇ ਸੀਗੇ ਉਹ ਹੁਣ ਉੱਪਰ ਵੱਲ ਨੂੰ ਜਾਣੇ ਸ਼ੁਰੂ ਹੋ ਗਿਆ। ਕਾਰਨ ਇੱਕੋ ਇੱਕ ਦੱਸ ਰਿਹਾ, ਜਿਹੜਾ ਬਹੁਤ ਲੰਬੇ ਸਮੇਂ ਤੋਂ ਕੋਈ ਵੀ ਆਪਾਂ ਘਰਾਂ ਬਾਰੇ ਗੱਲ ਕਰਦੇ ਤਾਂ ਇੱਕੋ ਹੀ ਜਵਾਬ ਮਿਲਦਾ ਕਿ ਘਰਾਂ ਦੀ ਸਪਲਾਈ ਦੀ ਘਾਟ ਆ, ਇਮੀਗ੍ਰੇਸ਼ਨ ਵੱਧ ਰਹੀ ਆ। ਜਿਹੜੇ ਬਹੁਤ ਸਾਰੇ ਸਟੂਡੈਂਟਸ ਆ ਰਹੇ ਆ, ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਆ ਰਹੇ ਆ, ਜਿਹੜੇ ਵਿਜ਼ਿਟਰ ਆ ਰਹੇ ਆ, ਜਿਹੜੇ ਵਰਕ ਪਰਮਿਟ ਵਾਲੇ ਆ ਰਹੇ ਆ, ਉਹ ਹਰ ਥਾਂ ਦੇ ਉੱਤੇ ਉਹਨਾਂ ਦੀ ਗਿਣਤੀ ਵੱਧ ਰਹੀ ਆ। ਜੇ 3-4 ਲੱਖ ਨਵਾਂ PR ਕੈਨੇਡਾ ਦੇ ਵਿੱਚ ਹਰ ਸਾਲ ਆ ਰਿਹਾ, ਤੇ 3-4 ਲੱਖ ਦੇ ਰਹਿਣ ਦੇ ਲਈ ਘਰ ਵੀ ਚਾਹੀਦੇ ਆ, ਭਾਵੇਂ ਉਹ ਕਿਰਾਏ ਤੇ ਰਹਿਣ, ਪਰ ਘੱਟੋ ਘੱਟ ਉਹਨਾਂ ਨੂੰ ਉਹ ਕਿਰਾਏ ਤੇ ਰਹਿਣ ਲਈ ਵੀ ਥਾਂ ਚਾਹੀਦੀ ਆ। ਹੁਣ ਜਦੋਂ ਉਹ ਨਹੀਂ ਮਿਲ ਰਿਹਾ ਤਾਂ ਕਿਰਾਇਆ ਦਾ ਵਧਣਾ ਸੁਭਾਵਿਕ ਤੌਰ ਦੇ ਉੱਤੇ ਜ਼ਿਆਦਾ ਇਹ ਵਧਣਗੇ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੇ ਪਿਛਲੇ ਸਾਲ ਦੇ ਮੁਕਾਬਲੇ ਕਹਿੰਦੇ ਮਈ ਮਹੀਨੇ ਦੇ ਵਿੱਚ ਟੋਰਾਂਟੋ ਦੇ ਵਿੱਚ ਕੋਂਡੋ ਦੇ ਵਿੱਚ ਜਾਂ ਅਪਾਰਟਮੈਂਟਾਂ ਦੇ ਵਿੱਚ 20% ਦੇ ਲਗਭਗ ਵਾਧਾ ਦਰਜ ਹੋਇਆ। ਫਿਰ ਟੋਰਾਂਟੋ ਤੋਂ ਬਾਅਦ ਬਰਲਿੰਗਟਨ ਦਾ ਨੰਬਰ ਆਉਂਦਾ, ਜਿੱਥੇ 18% ਕਹਿੰਦੇ ਵਾਧਾ ਹੋਇਆ, ਅਤੇ ਈਟੋਬੀਕੋ 17% ਦੇ ਨਾਲ ਤੀਜੇ ਨੰਬਰ ਦੇ ਉੱਤੇ ਆਇਆ ਦੱਸਿਆ ਗਿਆ। ਐਵਰੇਜ ਜਿਹੜਾ ਉੱਥੇ ਦਾ ਰੈਂਟ ਆ GTA ਦੇ ਵਿੱਚ, ਮਿਸੀਸਾਗਾ ਦੇ ਵਿੱਚ 13% ਵਧਿਆ ਆ, ਅਤੇ ਇਸ ਵੇਲੇ $2200 ਦੇ ਨੇੜੇ ਤੇੜੇ ਦੱਸਿਆ ਜਾ ਰਿਹਾ। ਓਸ਼ਵਾ ਦੇ ਵਿੱਚ ਇਹੀ ਜਿਹੜਾ ਐਵਰੇਜ ਰੈਂਟ ਆ ਉਹ 12% ਦਾ ਲਗਭਗ 12% ਵਧਿਆ ਅਤੇ $1800 ਦੇ ਨੇੜੇ ਤੇੜੇ ਹੋ ਗਿਆ। ਯਾਰਕ ਦੇ ਵਿੱਚ ਇਹ ਜਿਹੜਾ ਐਵਰੇਜ ਰੈਂਟ ਆ ਉਹ 12% ਵਧਿਆ ਅਤੇ ਇਹ $2000 ਦੇ ਨੇੜੇ ਤੇੜੇ ਹੋ ਗਿਆ। ਓਕਵਿਲ ਦੇ ਵਿੱਚ 11% ਵਧਿਆ ਅਤੇ ਇਹ $2300 ਦੇ ਨੇੜੇ ਤੇੜੇ ਪਹੁੰਚ ਗਿਆ। ਇਸੇ ਤਰ੍ਹਾਂ ਨਾਰਥ ਯਾਰਕ ਦੇ ਵਿੱਚ ਐਵਰੇਜ ਰੈਂਟ 10% ਵਧਿਆ ਅਤੇ $2100 ਹੋ ਗਿਆ। ਈਸਟ ਯਾਰਕ ਦੇ ਵਿੱਚ ਇਹ 8% ਵੱਧ ਕੇ 1900 ਹੋ ਗਿਆ, ਅਤੇ ਬਰੈਂਪਟਨ ਦੇ ਵਿੱਚ 4% ਲਗਭਗ 4% ਦੇ ਵਾਧੇ ਨਾਲ ਇਹ 2000 ਦੇ ਉੱਤੇ ਪਹੁੰਚ ਗਿਆ। ਮਾਰਖਮ ਦੇ ਵਿੱਚ ਜਿਹੜਾ 3% ਵਧਿਆ ਅਤੇ $2000 ਦੇ ਨੇੜੇ ਤੇੜੇ ਪਹੁੰਚ ਗਿਆ। ਸਕਾਬਰੋ ਦੇ ਵਿੱਚ ਔਸਤ ਜਿਹੜਾ ਐਵਰੇਜ ਰੈਂਟ ਆ ਉਹ 2.5% ਵਾਧੇ ਦੇ ਨਾਲ $1850 ਮਹੀਨੇ ਦੇ ਉੱਤੇ ਪਹੁੰਚ ਗਿਆ। ਸੋ ਵੱਖ-ਵੱਖ ਉਹਨਾਂ ਸ਼ਹਿਰਾਂ ਦੇ ਵਿੱਚ ਰੈਂਟ ਵਧਿਆ, ਅਤੇ ਹੁਣ ਪੈਂਡੈਮਿਕ ਤੋਂ ਬਾਅਦ ਲਗਾਤਾਰ ਇਹ ਰੈਂਟ ਜਿਹੜਾ ਉੱਪਰ ਵੱਲ ਨੂੰ ਜਾਣਾ ਸ਼ੁਰੂ ਹੋ ਗਿਆ। ਅਪਾਰਟਮੈਂਟਾਂ ਦੇ ਕਿਰਾਏ ਦੇ ਵਿੱਚ ਜਿਹੜਾ 6% ਕਮੀ ਕੁਛ ਥਾਵਾਂ ਦੇ ਉੱਤੇ ਆਈ ਆ, ਅਤੇ ਔਸਤ ਮਹੀਨਾਵਾਰ ਕਿਰਾਇਆ 2000 ਦੇ ਨੇੜੇ ਤੇੜੇ ਪਹੁੰਚ ਗਿਆ। ਜਿਹੜਾ ਰੈਂਟ ਆ ਕੋਵਿਡ ਤੋਂ ਬਾਅਦ ਉੱਪਰ ਵੱਲ ਨੂੰ ਆਉਣਾ ਸ਼ੁਰੂ ਹੋ ਗਿਆ, ਜਿਹੜਾ ਮਕਾਨ ਮਾਲਕਾਂ ਦੇ ਲਈ ਚੰਗੀ ਗੱਲ, ਪਰ ਜਿਹੜੇ ਕਿਰਾਏਦਾਰ ਨੇ ਜਿਨ੍ਹਾਂ ਨੇ ਰੈਂਟ ਦੇ ਉੱਤੇ ਰਹਿਣਾ, ਉਹਨਾਂ ਦੇ ਲਈ ਇਹ ਜਿਹੜੀ ਬਹੁਤ ਇੱਕ ਮਾੜੀ ਗੱਲ ਆ ਕਿ ਕਿਰਾਏ ਵੱਧ ਰਹੇ ਆ, ਕਿਉਂਕਿ ਲੋਕ ਲਗਾਤਾਰ ਆ ਰਹੇ ਆ। ਅਫੋਰਡੇਬਿਲਟੀ ਦਾ ਇਸ਼ੂ ਫਿਰ ਉੱਥੇ ਹੀ ਆ। ਅਮਰੀਕਾ ਦੇ ਵਿੱਚ ਇੱਕ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਆ, 50 ਜਣਿਆਂ ਦੀ ਮੌਤ ਹੋ ਗਈ, ਔਰ 50 ਜਣੇ ਪ੍ਰਵਾਸੀ ਸੀ, ਮਾਈਗਰੈਂਟਸ, ਜਿਹੜੇ ਟਰੱਕ ਦੇ ਵਿੱਚ ਆਏ ਸੀ, ਟਰੈਕਟਰ ਟ੍ਰੇਲਰ ਦੇ ਵਿੱਚ ਸੈਨ ਐਂਟੋਨੀਓ ਦੇ ਵਿੱਚ ਸੋਮਵਾਰ ਕੱਲ੍ਹ ਅਮਰੀਕਾ ਦੇ ਇਤਿਹਾਸ ਦੇ ਵਿੱਚ ਆਪਣੇ ਆਪ ਦਾ ਇੱਕ ਬਹੁਤ ਵੱਡਾ ਦੁਖਾਂਤ, ਜਿਹਦੇ ਵਿੱਚ ਏਡੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਮਾਰੇ ਗਏ ਹੋਣ। ਮੈਕਸੀਕੋ ਤੋਂ ਬਹੁਤ ਸਾਰੇ ਲੋਕ ਅਮਰੀਕਾ ਆਉਂਦੇ ਆ, ਲੱਖਾਂ ਦੀ ਗਿਣਤੀ ਦੇ ਵਿੱਚ ਇੱਧਰਲੇ ਪਾਸੇ ਲੋਕ ਆਉਂਦੇ ਆ, ਅਤੇ ਬਹੁਤ ਵਾਰੀ ਇਹੋ ਜਿਹੇ ਹਾਦਸੇ ਵਾਪਰ ਜਾਂਦੇ ਆ। ਪਰ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਟਰੈਕਟਰ ਟ੍ਰੇਲਰ ਅਤੇ ਟ੍ਰੇਲਰ ਦੇ ਵਿੱਚ 50 ਜਣਿਆਂ ਦੀ ਮੌਤ ਹੋ ਜਾਣੀ, 16 ਜਣਿਆਂ ਨੂੰ ਜਿਉਂਦੇ ਉਹਦੇ ਵਿੱਚੋਂ ਕੱਢ ਲਿਆ ਗਿਆ। ਉਹ ਕਹਿੰਦੇ ਇੰਨਾ ਗਰਮ ਸੀ ਕਿ ਉਹਨੂੰ ਹੱਥ ਲਾਉਣ ਨੂੰ ਵੀ ਹਿੰਮਤ ਨਹੀਂ ਸੀ ਪੈਂਦੀ। ਗਰਮੀ ਇਸ ਵੇਲੇ ਟੈਕਸਸ ਦੇ ਵਿੱਚ ਕਾਫੀ ਜ਼ਿਆਦਾ ਪੈ ਰਹੀ ਆ। ਮਾਈਗਰੈਂਟਸ ਲਗਾਤਾਰ US ਮੈਕਸੀਕੋ ਬਾਰਡਰ ਤੋਂ ਇੱਧਰ ਆ ਰਹੇ ਆ, ਔਰ ਅੰਦਾਜ਼ਾ ਇਹ ਆ ਕਿ ਇਸ ਸਾਲ 2022 ਦੇ ਵਿੱਚ ਜਿੰਨੇ ਇਹ ਆ ਰਹੇ ਆ, ਔਰ ਉਹਨਾਂ ਨੂੰ ਬਹੁਤ ਸਾਰੇ ਫੜੇ ਜਾਂਦੇ ਆ। ਅਥਾਰਟੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਫੜ ਲੈਂਦੀਆਂ, ਬਹੁਤ ਸਾਰੇ ਨਿਕਲ ਜਾਂਦੇ ਆ। ਇਸ ਵਾਰੀ 2022 ਦੇ ਵਿੱਚ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ 20 ਲੱਖ ਬੰਦਾ ਫੜਿਆ ਜਾਣਾ, 2 ਮਿਲੀਅਨ ਨੂੰ ਕ੍ਰੋਸ ਕਰ ਜੂਗਾ 2022 ਦੇ ਵਿੱਚ। ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਅੰਕੜਾ ਆ। ਜਿਹੜੀ ਇਮੀਗ੍ਰੈਂਟਸ ਨੇ ਅਮਰੀਕਾ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਮਸਲਾ ਰਿਹਾ ਆ। ਜਦੋਂ ਪ੍ਰੈਜ਼ੀਡੈਂਟ ਟਰੰਪ ਸੀਗੇ, ਉਸ ਵੇਲੇ ਵੀ ਉਹਨਾਂ ਨੇ ਗੱਲਬਾਤ ਕੀਤੀ ਸੀ ਕਿ ਮੈਕਸੀਕੋ ਦੇ ਨਾਲ ਅਸੀਂ ਪੂਰੀ ਦੀ ਪੂਰੀ ਕੰਧ ਹੀ ਬਣਾ ਦੇਣੀ, ਵੀ ਕੋਈ ਟੱਪੇ ਹੀ ਨਾ, ਇੱਧਰ ਨੂੰ ਆਵੇ ਹੀ ਨਾ। ਉਹ ਕੰਧ ਇਲੈਕਸ਼ਨ ਦਾ ਮੁੱਦਾ ਵੀ ਰਿਹਾ। ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ ਪੂਰੇ ਅਮਰੀਕਾ ਦੇ ਵਿੱਚ ਲੋਕ ਦੋ ਮੱਤ ਦੇ ਵਿੱਚ ਵੀ ਹੈਗੇ ਆ, ਪਰ ਇਹ ਮਸਲਾ ਹੁਣ ਕਿਤੇ ਨਾ ਕਿਤੇ ਹੱਲ ਹੁੰਦਾ ਨਹੀਂ ਨਜ਼ਰ ਆ ਰਿਹਾ। 16 ਜਣਿਆਂ ਨੂੰ ਟਰੱਕ ਦੇ ਵਿੱਚੋਂ ਬਚਾਇਆ ਗਿਆ, ਜਿਹੜੇ 4 ਉਹਨਾਂ ਦੇ ਵਿੱਚ ਮਾਈਨਰ ਸੀਗੇ, ਬੱਚੇ ਵੀ ਸੀਗੇ। ਜਿਹੜੇ ਸੈਨ ਐਂਟੋਨੀਓ ਦੇ ਫਾਇਰ ਚੀਫ ਨੇ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। 3 ਜਣਿਆਂ ਨੂੰ ਪੁਲਿਸ ਕਸਟਡੀ ਦੇ ਵਿੱਚ ਲਿਆ ਆ। ਇਸ ਮਾਮਲੇ ਦੇ ਸੰਬੰਧਿਤ ਇਹ ਨਹੀਂ ਦੱਸਿਆ ਵੀ ਇਹ ਲੋਕ ਜਿਹੜੇ 50 ਜਣਿਆਂ ਦੀ ਮੌਤ ਹੋਈ ਆ ਕਿੱਥੋਂ ਆਏ ਸੀ। ਕੁਦਰਤੀ ਤੌਰ 'ਤੇ ਲੋਕ ਪਹਿਲਾਂ ਕਿਤੇ ਨਾ ਕਿਤੇ ਫਲਾਈ ਕਰਕੇ ਮੈਕਸੀਕੋ ਦੇ ਵਿੱਚ ਪਹੁੰਚ ਜਾਂਦੇ ਆ, ਚਾਹੇ ਉਹ ਨਾਲ ਦੇ ਦੇਸ਼ ਮੈਕਸੀਕੋ ਦੇ ਜਿਹੜੇ ਉੱਧਰ ਦੇ ਹੁੰਦੇ ਆ, ਬਹੁਤੇ
ਏਸ਼ੀਆ ਤੋਂ ਇੰਡੀਆ ਤੋਂ ਵੀ ਲੋਕ ਇੱਥੇ ਆਉਂਦੇ ਆ ਤੇ ਇੱਥੋਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਬਾਰਡਰ ਟੱਪ ਜਾਂਦੇ ਆ। ਇਹ ਬਾਰਡਰ ਟੱਪ ਗਏ ਸੀ, ਬਾਰਡਰ ਟੱਪ ਕੇ ਫਿਰ ਕੁਛ ਥਾਵਾਂ ਦੇ ਤੋਂ ਅੱਗੇ ਲਗਾਉਣਾ ਹੁੰਦਾ ਤੇ ਉਹ ਟ੍ਰੇਲਰ ਜਿਹੜਾ ਸੀਗਾ ਪੂਰੇ ਦਾ ਪੂਰਾ ਮਤਲਬ ਉਹਦੇ ਵਿੱਚ ਤੂੜੇ ਪਏ ਸੀ ਲੋਕ ਤੇ ਉਹਨਾਂ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋਈ ਹੈ। ਨਾ ਕਹਿੰਦੇ ਉਹ ਵਹੀਕਲ ਦੇ ਵਿੱਚ ਕੋਈ ਪਾਣੀ ਦਾ ਇੰਤਜ਼ਾਮ ਸੀ, ਨਾ ਉੱਥੇ ਏਸੀ ਚੱਲਦਾ ਸੀ। ਜਿਹੜੀ ਇਹ ਸਮਗਲਿੰਗ ਆ ਆਰਗੇਨਾਈਜ਼ ਤਰੀਕੇ ਨਾਲ ਉੱਥੋਂ ਕੀਤੀ ਜਾਂਦੀ ਆ, ਮਾਈਗਰੈਂਟਸ ਨੂੰ ਟਰੱਕ ਦੇ ਵਿੱਚ ਪੈਕ ਕਰਕੇ ਕਾਰਗੋ ਟ੍ਰੇਲਰ ਦੇ ਵਾਂਗੂ ਉਹਨਾਂ ਨੂੰ ਜਦੋਂ ਬਾਰਡਰ ਕ੍ਰਾਸ ਕਰ ਚੁੱਕੇ ਆ ਤੇ ਕੁਝ ਚੈੱਕ ਪੁਆਇੰਟਸ ਜਿਹੜੇ ਪਾਸ ਕਰਦੇ ਆ ਤੇ ਪਿਛਲੇ ਸਾਲਾਂ ਦੇ ਵਿੱਚ ਇਸੇ ਤਰ੍ਹਾਂ ਹੀ ਬਹੁਤ ਵਾਰੀ ਹੁੰਦਾ ਰਿਹਾ। ਕਈ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਆ। ਮਈ ਮਹੀਨੇ ਦੇ ਵਿੱਚ ਸਭ ਤੋਂ ਵੱਧ ਮਾਈਗਰੈਂਟਸ ਜਿਹੜੇ ਆ ਉਹ ਫੜੇ ਗਏ ਆ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੱਸ ਰਹੀ ਹੈ ਇਹ ਗੱਲਬਾਤ ਕਿ ਜਿਹੜੀ ਇਹ ਹਿਊਮਨ ਟਰੈਫਿਕਿੰਗ ਆ, ਇਸ ਮਾਮਲੇ ਦੇ ਵਿੱਚ ਇਸ ਵਾਰ ਪਿਛਲੇ ਰੈਕਡ ਟੁੱਟਣਗੇ। ਜਿਹੜਾ ਇਹ ਜੋ ਕੁਛ ਇਹ ਵਾਪਰਿਆ ਆ, ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦਾ ਕੁਛ ਨਾ ਵਾਪਰੇ, ਇਹ ਬਾਈਡਨ ਪ੍ਰਸ਼ਾਸਨ ਦੇ ਲਈ ਵੀ ਬਹੁਤ ਵੱਡੀ ਸਮੱਸਿਆ ਹੈ। ਇੱਧਰਲੇ ਪਾਸੇ ਨੂੰ ਆਉਣਾ ਔਰ ਕਈ ਵਾਰੀ ਬਹੁਤ ਸਾਰੇ ਲੋਕ ਮੈਕਸੀਕੋ ਤੋਂ ਇਹ ਵੀ ਸੀਗਾ ਕਿ ਦੀਵਾਰ ਟਪਾ ਕੇ ਜਾਂ ਉਹਨਾਂ ਥਾਵਾਂ ਦੇ ਉੱਤੇ ਆਪਣੇ ਬੱਚਿਆਂ ਨੂੰ ਛੱਡ ਦਿੰਦੇ ਆ, ਛੋਟੇ ਛੋਟੇ ਬੱਚਿਆਂ ਨੂੰ, ਔਰ ਉਹ ਕਿਉਂਕਿ ਤੁਰਦੇ ਤੁਰਦੇ ਪਹੁੰਚ ਜਾਂਦੇ ਆ ਤੇ ਜਾਂ ਉਹਨਾਂ ਨੂੰ ਕੋਈ ਨਾ ਕੋਈ ਉੱਥੇ ਪੈਟਰੋਲਿੰਗ ਆਫੀਸਰ ਦੇਖ ਲੈਂਦਾ ਤੇ ਫਿਰ ਉਹਨਾਂ ਨੂੰ ਫੜ ਕੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਲੈ ਜਾਂਦੇ ਆ। ਬੱਚੇ ਇੰਨੇ ਕੁ ਛੋਟੇ ਹੁੰਦੇ ਕਿ ਉਹਨਾਂ ਨੂੰ ਸੁਰਤ ਵੀ ਨਹੀਂ ਹੁੰਦੀ ਕਿ ਸਾਡਾ ਮਾਂ-ਬਾਪ ਕੌਣ ਆ। ਉਹ ਮਾਂ-ਬਾਪ ਇਹ ਸੋਚ ਕੇ ਉਹਨਾਂ ਬੱਚਿਆਂ ਨੂੰ ਅਮਰੀਕਾ ਵਾਲੇ ਪਾਸੇ ਬਾਰਡਰ ਟਪਾ ਕੇ ਛੱਡੀ ਜਾਂਦੇ ਆ ਕਿ ਉਹਨਾਂ ਨੂੰ ਜੇਕਰ ਬੱਚਿਆਂ ਨੂੰ ਫੜ ਲਿਆ ਜਾਵੇ ਉਹਨਾਂ ਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ, ਉਹਨਾਂ ਨੂੰ ਫਿਰ ਅਮਰੀਕਾ ਦੇ ਵਿੱਚ ਰੱਖਣਾ ਹੀ ਪੈਂਦਾ ਇਹਨਾਂ ਨੂੰ, ਤੇ ਉਹ ਆਪੇ ਹੀ ਇੱਥੇ ਰਹਿ ਲੈਣਗੇ, ਹੌਲੀ ਹੌਲੀ ਵੱਡੇ ਹੋ ਜਾਣਗੇ, ਪੱਕੇ ਹੋ ਜਾਣਗੇ, ਕਿਤੇ ਇਹਨਾਂ ਨੂੰ ਯਾਦ ਹੋਇਆ ਵਾਪਸ ਮਾਪਿਆਂ ਨੂੰ ਬੁਲਾ ਲੈਣਗੇ, ਨਹੀਂ ਵੀ ਯਾਦ ਹੋਇਆ ਤਾਂ ਘੱਟੋ ਘੱਟ ਆਪਣਾ ਜੀਵਨ ਚੰਗੀ ਤਰ੍ਹਾਂ ਕੱਟ ਲੈਣਗੇ। ਇਹ ਵੀ ਇੱਕ ਬੱਚਿਆਂ ਦੇ ਨਾਲ ਵੀ ਉੱਥੇ ਜਿਹੜੇ ਜਿੱਥੇ ਉਹ ਰੱਖਦੇ ਸੀ ਉਹ ਫੁੱਲ ਹੋ ਚੁੱਕੇ ਸੀ। ਇਹ ਵੀ ਉੱਥੇ ਇੱਕ ਬਹੁਤ ਵੱਡੀ ਰਾਜਨੀਤੀ ਦਾ ਮੁੱਦਾ ਰਿਹਾ ਆ। ਪਰ ਇਸ ਵੇਲੇ ਇਸ ਤਰ੍ਹਾਂ ਦਾ ਹੀ ਜਿਹੜੇ ਲੋਕਾਂ ਦਾ ਆਉਣਾ, ਦੂਜੀ ਇਹਦੇ ਨਾਲ ਇਹ ਵੀ ਧਿਆਨ ਦੇਣ ਵਾਲੀ ਗੱਲ ਆ ਕਿ ਅਮਰੀਕਾ ਦੀ ਇਕੋਨਮੀ ਦੇ ਵਿੱਚ ਬਹੁਤ ਵੱਡਾ ਹਿੱਸਾ ਉਹਨਾਂ ਲੋਕਾਂ ਦਾ ਹੈ ਜਿਹੜੇ ਕੱਚੇ ਆ, ਜਿਹੜੇ ਉੱਥੇ ਪੱਕੇ ਨਹੀਂ ਆ। ਉਹਨਾਂ ਤੋਂ ਬਿਨਾਂ ਵੀ ਅਮਰੀਕਾ ਦਾ ਸਰ ਨਹੀਂ ਸਕਦਾ। ਪਰ ਇਸ ਤਰੀਕੇ ਦੇ ਨਾਲ ਲੋਕਾਂ ਦਾ ਇੱਥੇ ਹੁਣ ਇਕੱਲੇ ਮਈ ਮਹੀਨੇ ਦੇ ਵਿੱਚ ਜਿਹੜਾ ਪਿੱਛੇ ਲੰਘ ਕੇ ਗਿਆ ਉਹਦੇ ਵਿੱਚ ਹੀ 2,39,416 ਅਰੈਸਟ ਹੋਈਆਂ, ਮਤਲਬ 2.5 ਲੱਖ ਦੇ ਨੇੜੇ ਤੇੜੇ ਬੰਦਾ ਇੱਕ ਮਹੀਨੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਤੇ ਇਹ ਅਪ੍ਰੈਲ ਨਾਲੋਂ 2% ਜ਼ਿਆਦਾ ਦੱਸਿਆ ਜਾ ਰਿਹਾ। ਤੇ ਇਹਨਾਂ ਨੇ ਪਿਛਲੇ ਸਾਲ ਕਿਉਂਕਿ 1.7 ਮਿਲੀਅਨ 2021 ਦੇ ਵਿੱਚ ਅਰੈਸਟ ਹੋਈਆਂ ਸੀਗੀਆਂ, 1.73। ਸੋ ਜੇ 17 ਲੱਖ ਬੰਦਾ ਪਿਛਲੇ ਸਾਲ ਸੀ ਤਾਂ ਇਸ ਸਾਲ ਅਜੇ ਦੇਖ ਲਓ ਜੁਲਾਈ ਚੱਲ ਰਿਹਾ ਹੈ ਤਾਂ ਇਹ 2 ਮਿਲੀਅਨ ਤੋਂ ਉੱਤੇ ਐਤਕੀ ਵੀ ਚਲਿਆ ਜਾਣਾ। ਔਰ ਇਹ ਬਹੁਤ ਵੱਡਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਪੋਲੀਟੀਕਲ ਚੈਲੰਜ ਵੀ ਆ ਕਿ ਇਹਨਾਂ ਲੋਕਾਂ ਦੇ ਨਾਲ ਕਰਨਾ ਕੀ ਹੈ। ਟੈਕਸਸ ਦੇ ਗਵਰਨਰ ਜਿਹੜੇ ਉਹਨਾਂ ਨੇ ਵੀ ਇਹਦੇ ਵਿੱਚ ਕਿਹਾ ਕਿ ਸਿੱਧਾ ਜਿਹੜਾ ਪ੍ਰੈਜ਼ੀਡੈਂਟ ਨੂੰ ਕੁਛ ਨਾ ਕੁਛ ਇਸ ਟ੍ਰੈਜਡੀ ਦੇ ਲਈ ਕਰਨਾ ਚਾਹੀਦਾ। ਤੇ ਇਹ ਜਿਹੜਾ ਹੈਗਾ ਆ, ਜਿਹੜਾ ਉਹਨੂੰ ਟਵੀਟ ਕੀਤਾ ਖਾਸ ਤੌਰ ਦੇ ਉੱਤੇ ਸਿੱਧਾ ਰਾਸ਼ਟਰਪਤੀ ਜੋ ਬਾਈਡਨ ਦੇ ਉੱਤੇ ਹਮਲਾ ਕਰਦੇ ਆ ਕਿ ਥੀਸ ਡੈਥਸ ਆਰ ਔਨ ਬਾਈਡਨ, ਇਹ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ। ਇੱਕ ਦੂਜੇ ਨੂੰ ਕਿਹਾ ਜਾ ਰਿਹਾ ਹੈ ਪਰ ਨਾ ਅਮਰੀਕਾ ਦਾ ਇਹਨਾਂ ਬਿਨਾਂ ਸਰ ਸਕਦਾ, ਨਾ ਇਹਨਾਂ ਨੂੰ ਰੋਕਿਆ ਜਾ ਸਕਦਾ। ਬਹੁਤੇ ਟਰਕੀ ਤੋਂ, ਇੰਡੀਆ ਤੋਂ, ਰਸ਼ੀਆ ਤੋਂ, ਬਹੁਤ ਸਾਰੇ ਇਹ ਜਿਹੜੇ ਵੈਸਟਰਨ ਹੈਮੀਸਫੀਅਰ ਆ ਉਹ ਸਾਰੇ ਤੋਂ ਲੋਕ ਇੱਧਰਲੇ ਪਾਸੇ ਆਉਂਦੇ ਆ। ਮੈਕਸੀਕੋ ਤੋਂ, ਸੈਂਟਰਲ ਅਮਰੀਕਾ ਤੋਂ, ਕਿਊਬਾ ਤੋਂ, ਹਯਾਤੀ ਤੋਂ ਲਗਾਤਾਰ ਬਾਰਡਰ ਕ੍ਰਾਸ ਕਰਦੇ ਰਹਿੰਦੇ ਆ। ਬਹੁਤ ਲੰਬੇ ਸਮੇਂ ਤੋਂ ਇਹ ਸਮੱਸਿਆ ਹੈ ਤੇ ਹੁਣ ਇਸ ਵੇਲੇ ਜਦੋਂ ਟੈਂਪਰੇਚਰ ਤਾਂ ਨੂੰ ਜਾਣਾ ਸ਼ੁਰੂ ਹੋ ਚੁੱਕਾ ਤੇ ਉਹ ਲਗਾਤਾਰ ਜਿਹੜੇ ਸਮਗਲਰ ਆ ਇਸੇ ਤਰੀਕੇ ਦੇ ਨਾਲ ਲੋਕਾਂ ਨੂੰ ਇੱਧਰਲੇ ਪਾਸੇ ਲਿਆ ਰਹੇ ਆ। ਲੱਖਾਂ ਹੀ ਜਿਹੜਾ ਡਾਲਰ ਦੇ ਕੇ ਇਹ ਇੱਧਰਲੇ ਪਾਸੇ ਆਉਂਦੇ ਆ। ਤੇ ਉਹਦੇ ਤੋਂ ਬਾਅਦ ਪਹਿਲਾਂ ਵੀ ਜਿਹੜੇ ਤੁਹਾਨੂੰ ਯਾਦ ਹੋਊਗਾ 2003 ਦੇ ਵਿੱਚ 13 ਮਈ 2003 ਨੂੰ 19 ਮਾਈਗਰੈਂਟਸ ਜਿਹੜੇ ਉਹਨਾਂ ਦੀ ਮੌਤ ਹੋ ਗਈ ਸੀ ਜਦੋਂ ਉਹ 18 ਵੀਲਰ ਇੱਕ ਟ੍ਰੇਲਰ ਦੇ ਪਿਛਲੇ ਕੰਪਾਰਟਮੈਂਟ ਦੇ ਵਿੱਚ ਸਾਊਥ ਟੈਕਸਸ ਦੇ ਵਿੱਚ ਸੀਗੇ। ਸੋ ਇਸ ਵੇਲੇ ਇਹ ਫਿਰ ਇੱਕ ਵਾਰੀ ਜਿਹੜਾ ਪ੍ਰਸ਼ਾਸਨ ਆ ਉਹ ਹਿੱਲ ਗਿਆ ਇਹਦੇ ਨਾਲ। ਜਿਹੜੇ ਮਨੁੱਖੀ ਅਧਿਕਾਰਾਂ ਦੇ ਲੋਕ ਨੇ ਉਹ ਵੀ ਇਸ ਗੱਲ ਤੋਂ ਚਿੰਤਤ ਹੋਏ ਆ ਕਿ ਕਿਵੇਂ ਜਾਨਵਰਾਂ ਵਾਂਗੂ ਇਹਨਾਂ ਟ੍ਰੇਲਰ ਦੇ ਵਿੱਚ ਲਿਆ ਕੇ ਪਾ ਕੇ ਤਾਂ ਲਿਆਂਦਾ ਜਾਂਦਾ ਆ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਚੈੱਕ ਪੁਆਇੰਟ ਕ੍ਰਾਸ ਕਰਾਇਆ ਜਾਂਦਾ ਆ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਮਗਲਿੰਗ ਜਿਹੜੀ ਆ 5-7 ਹਜ਼ਾਰ ਡਾਲਰ ਦੇ ਪਿੱਛੇ ਉਹਨਾਂ ਨੂੰ ਲੈ ਆਂਦਾ ਜਾਂਦਾ। ਤੇ ਫਿਰ ਉਹ ਟਰੱਕਸ ਜਿਨ੍ਹਾਂ ਦੇ ਵਿੱਚ ਕੋਈ ਕੂਲਿੰਗ ਸਿਸਟਮ ਨਹੀਂ ਆ, ਜਿੱਥੇ ਬੰਦੇ ਨੂੰ ਰੱਖਿਆ ਵੀ ਨਹੀਂ ਜਾ ਸਕਦਾ। 2017 ਦੇ ਵਿੱਚ ਵੀ ਇੱਦਾਂ ਦੀ ਘਟਨਾ ਵਾਪਰੀ ਸੀ, 10 ਜਣਿਆਂ ਦੀ ਮੌਤ ਹੋ ਗਈ ਸੀ ਇਸ ਤਰ੍ਹਾਂ ਦੇ ਟਰੱਕ ਟ੍ਰੇਲਰ ਸਮਗਲਿੰਗ ਦੇ ਵਿੱਚ, ਜਿਹੜਾ ਵਾਲਮਾਰਟ ਦੇ ਲੋਟ ਦੇ ਵਿੱਚ ਸੈਨ ਐਂਟੋਨੀਓ ਦੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਹੈ। ਇੱਕ ਲੰਬਾ ਜਿਹੜਾ ਇਤਿਹਾਸ ਆ ਇੱਥੇ ਇਸ ਚੀਜ਼ ਦਾ, ਪਰ ਇਹ ਅਮਰੀਕਾ ਦੀ ਹਿਸਟਰੀ ਦੇ ਵਿੱਚ ਇੱਕ ਬਹੁਤ ਦਰਦਨਾਕ ਘਟਨਾ ਜਿੱਥੇ ਇਹ
50 ਜਣਿਆਂ ਦੀ ਮੌਤ ਹੋ ਗਈ ਆ। ਹਜੇ ਤੱਕ ਇਹਨਾਂ ਦੀ ਨੈਸ਼ਨੈਲਿਟੀ, ਇਹਨਾਂ ਦੀ ਐਥਨੀਸਿਟੀ ਨਹੀਂ ਦੱਸੀ ਗਈ ਕਿ ਕੌਣ ਸੀਗੇ, ਕਿੱਥੋਂ ਦੇ ਸੀਗੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਗੱਲਬਾਤ ਸਪਸ਼ਟ ਹੋਊਗੀ ਕਿ ਲੋਕ ਕਿੱਥੋਂ ਦੇ ਰਹਿਣ ਵਾਲੇ ਸੀ ਜਿਨ੍ਹਾਂ ਦੇ ਨਾਲ ਇਹ ਭਾਣਾ ਵਾਪਰਿਆ। ਫਰੀडम ਕਨਵੋਏ ਸਾਨੂੰ ਸਾਰਿਆਂ ਨੂੰ ਯਾਦ ਆ। ਫਰੀडम ਕਨਵੋਏ ਦੀ ਇੱਕ ਆਰਗੇਨਾਈਜ਼ਰ ਸੀ ਟਮਾਰਾ ਲਿਚ। ਟਮਾਰਾ ਲਿਚ ਨੂੰ ਜ਼ਮਾਨਤ ਦਿੱਤੀ ਗਈ ਸੀ। ਉਸ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਕੇਸ ਚੱਲੇ ਸੀ। ਹੁਣ ਦੱਸਦੇ ਆ ਕਿ ਉਹਦੀ ਇਹ ਅਲਬਰਟਾ ਦੀ ਰਹਿਣ ਵਾਲੀ ਇਸ ਔਰਤ ਦੀ ਫੇਰ ਗ੍ਰਿਫਤਾਰੀ ਹੋਈ ਹੈ। ਹਾਲਾਂਕਿ ਕੁਝ ਕਨਫਰਮ ਰਿਪੋਰਟਸ ਨਹੀਂ ਆ ਰਹੀਆਂ, ਪਰ ਗ੍ਰਿਫਤਾਰ ਕੀਤਾ ਗਿਆ ਮੈਡੀਸਨ ਹੈਟ ਤੋਂ, ਜਿੱਥੋਂ ਇਹ ਰਹਿੰਦੀ ਆ। ਜਿਹੜਾ ਕੰਸਰਨ ਦੱਸਿਆ ਜਾ ਰਿਹਾ ਕਿ ਜਿਹੜੀਆਂ ਬੇਲ ਦੀਆਂ ਇਹਦੀਆਂ ਕੰਡੀਸ਼ਨ ਸੀਗੀਆਂ, ਜਿਹੜੀਆਂ ਕੋਈ ਸ਼ਰਤਾਂ ਸੀਗੀਆਂ, ਉਹਨਾਂ ਨੂੰ ਇੱਧਰ ਉੱਧਰ ਕਰਨ ਦੇ ਚੱਕਰ ਦੇ ਵਿੱਚ ਦੁਬਾਰਾ ਗ੍ਰਿਫਤਾਰ ਕੀਤਾ ਗਿਆ। ਹਾਲੇ ਤੱਕ ਲੋਕੇਸ਼ਨ ਕਨਫਰਮ ਨਹੀਂ ਕੀਤੀ ਅਰੈਸਟ ਦੀ, ਪਰ ਦੱਸਦੇ ਆ ਕਿ ਉਹਨੂੰ ਮੈਡੀਸਨ ਹੈਟ ਤੋਂ ਗ੍ਰਿਫਤਾਰ ਕੀਤਾ ਕੱਲ੍ਹ ਸੋਮਵਾਰ ਨੂੰ, ਜਿੱਥੇ ਦੀ ਕਿ ਇਹ ਰਹਿਣ ਵਾਲੀ ਹੈ। ਤੁਹਾਨੂੰ ਯਾਦ ਹੋਊਗਾ ਪਹਿਲਾਂ ਜੱਜ ਨੇ ਟਮਾਰਾ ਲਿਚ ਦੀ ਬੇਲ ਨੂੰ ਡਿਨਾਈ ਕਰ ਦਿੱਤਾ ਸੀ ਕਿ ਜਿਹੜਾ ਇਹ ਬਹੁਤ ਵੱਡਾ ਪ੍ਰੋਟੈਸਟ ਉੱਥੇ ਕੀਤਾ ਡਾਊਨਟਾਊਨ ਓਟਵਾ ਦੇ ਵਿੱਚ, ਅਤੇ ਜਿਹੜਾ ਆ 3 ਹਫ਼ਤੇ ਉਹ ਸਾਰਾ ਕੁਛ 3 ਹਫ਼ਤੇ ਤੋਂ ਵੀ ਜ਼ਿਆਦਾ ਸਮਾਂ ਉਹ ਚੱਲਿਆ ਸੀ। ਅਤੇ ਵੀ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਜ਼ਮਾਨਤ ਨਹੀਂ ਦੇਣੀ। ਬਾਅਦ ਦੇ ਵਿੱਚ ਜਿਹੜੇ ਕ੍ਰਿਸ ਬਾਰਬਰ ਅਤੇ ਦੂਜਿਆਂ ਦੇ ਨਾਲ ਇਹਦੇ ਉੱਤੇ ਚਾਰਜ ਲੱਗੇ ਸੀਗੇ, ਅਤੇ ਫਿਰ ਬਾਅਦ ਦੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਸੀ, ਪਰ ਉਹਦੇ ਨਾਲ ਕੰਡੀਸ਼ਨ ਬਹੁਤ ਸਾਰੀਆਂ ਲਾਈਆਂ ਗਈਆਂ ਸੀ। ਜਿਹੜਾ ਸਾਰੇ ਸੋਸ਼ਲ ਮੀਡੀਆ ਤੋਂ ਉਹਨੂੰ ਬੈਨ ਕੀਤਾ ਗਿਆ ਸੀ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਵੀ ਇਹ ਫਰੀडम ਕਨਵੋਏ ਨੂੰ ਦੁਬਾਰਾ ਸਪੋਰਟ ਨਾ ਕਰ ਸਕੇ। ਪਹਿਲਾਂ ਜ਼ਮਾਨਤ ਮਿਲ ਨਹੀਂ ਸੀ ਰਹੀ, ਪਰ ਜਦੋਂ ਮਿਲੀ ਸੀ ਤਾਂ ਫਿਰ ਸ਼ਰਤਾਂ ਬਹੁਤ ਸਾਰੀਆਂ ਲਾਈਆਂ ਗਈਆਂ ਸੀ। ਅਤੇ ਹੁਣ ਕਹਿੰਦੇ ਇਹ ਆ ਕਿ ਉਹ ਸ਼ਰਤਾਂ ਨੂੰ ਟਮਾਰਾ ਲਿਚ ਨੇ ਤੋੜ ਦਿੱਤਾ। ਅਤੇ ਸਾਨੂੰ ਉਹ ਕਹਿੰਦੇ ਵੀ ਹਜੇ ਤੱਕ ਕੋਈ ਵੀ ਗੱਲਬਾਤ ਇਸ ਮਾਮਲੇ ਦੇ ਵਿੱਚ ਪਤਾ ਨਹੀਂ ਆ। ਜਿਹੜਾ ਮੈਡੀਸਨ ਹੈਟ ਦੀ ਪੁਲਿਸ ਆ ਉਹਨੇ ਵੀ ਕੋਈ ਰਿਸਪੌਂਡ ਨਹੀਂ ਕੀਤਾ ਕਿ ਉਹਨੂੰ ਗ੍ਰਿਫਤਾਰ ਕੀਤਾ ਜਾਂ ਕੀ ਨਹੀਂ ਕੀਤਾ। ਮਈ ਦੇ ਵਿੱਚ ontario ਦੇ ਜੱਜ ਨੇ ਜਿਹੜਾ ਕਿਹਾ ਸੀ ਕਿ ਜਦੋਂ ਅਗਲਾ ਜਿਹੜਾ ਟਰਾਇਲ ਆ ਉਦੋਂ ਤੱਕ ਇਹ ਬੇਲ ਦੇ ਉੱਤੇ ਰਹਿ ਸਕਦੀ ਹੈ। ਸੋ ਇਹ ਗ੍ਰਿਫਤਾਰੀ ਦੇ ਕਈ ਅਰਥ ਇਸ ਵੇਲੇ ਨਿਕਲਦੇ ਆ। ਕਿਹਾ ਤਾਂ ਹਜੇ ਤੱਕ ਤਾਂ ਜਿਹੜੀ ਖਬਰਾਂ ਇਹੀ ਆ ਰਹੀਆਂ ਕਿ ਉਹਦੀ ਗ੍ਰਿਫਤਾਰੀ ਇਸ ਉਹਨਾਂ ਕੰਡੀਸ਼ਨਸ ਦੇ ਕਰਕੇ ਹੋ ਰਹੀ ਆ। ਪਰ ਇੱਥੇ ਕੱਲ੍ਹ ਤੁਹਾਡੇ ਨਾਲ ਇਹ ਵੀ ਖਬਰ ਸਾਂਝੀ ਕੀਤੀ ਸੀ ਕਿ ਕੈਨੇਡਾ ਡੇ ਦੇ ਉੱਤੇ ਵੀ ਬਹੁਤ ਥਾਵਾਂ ਦੇ ਉੱਤੇ ਪ੍ਰਦਰਸ਼ਨ, ਵਿਰੋਧ ਪ੍ਰਦਰਸ਼ਨ ਹੋ ਸਕਦੇ ਆ, ਜਿਹਦਾ ਪੁਲਿਸ ਇਸ ਵੇਲੇ ਆਪਣੇ ਵੱਲੋਂ ਪੂਰਾ ਪ੍ਰਬੰਧ ਕਰ ਰਹੀ ਆ ਤਾਂ ਕਿ ਕੋਈ ਉੱਥੇ ਆ ਕੇ, ਖਾਸ ਕਰ ਓਟਵਾ ਦੇ ਵਿੱਚ, ਇਸ ਕਿਸਮ ਦੀ ਕੋਈ ਸਮੱਸਿਆ ਪੈਦਾ ਨਾ ਕਰ ਸਕੇ। ਕਰੋਨਾ ਵਾਇਰਸ ਤੋਂ ਬਾਅਦ ਜਦੋਂ ਵੀ ਵਾਇਰਸ ਦਾ ਨਾਂ ਆਉਂਦਾ ਲੋਕ ਡਰਨ ਲੱਗ ਜਾਂਦੇ ਆ। ਅਤੇ ਇੱਕ ਰੈਬਿਟਸ ਦੇ ਵਿੱਚ ਜਿਹੜਾ ਵਾਇਰਸ ਦੱਸਦੇ ਆ ਡਿਟੈਕਟ ਕੀਤਾ ਗਿਆ ontario ਦੇ ਵਿੱਚ। ਵਾਇਰਸ ਆਮ ਹੀ ਹੁੰਦੇ ਆ, ਰੈਬਿਟਸ ਦੇ ਵਿੱਚ ਵੀ ਆ ਜਾਂਦੇ, ਬਾਕੀ ਜਾਨਵਰਾਂ ਦੇ ਵਿੱਚ ਵੀ ਆ ਜਾਂਦੇ, ਪਰ ਇਹਦੀ ਚਿੰਤਾ ਵਾਲੀ ਗੱਲ ਇਹ ਆ ਕਿ ਇਹ ਪਹਿਲੀ ਵਾਰੀ ਇਹ ਵਾਇਰਸ ਡਿਟੈਕਟ ਹੋਇਆ ontario ਦੇ ਵਿੱਚ। 2 ਕੇਸ ਇਹਦੇ ਸਾਹਮਣੇ ਆਏ ਆ। ਇਹਨੂੰ ਰੈਬਿਟ ਹੈਮੋਰੈਜਿਕ ਡਿਜ਼ੀਜ਼ ਵਾਇਰਸ 2 ਕਿਹਾ ਜਾ ਰਿਹਾ, RHDV2। ਪਹਿਲਾਂ ਜੂਨ ਦੇ ਵਿੱਚ ਇਹਨੂੰ ਸਾਊਥ ਵੈਸਟਰਨ ontario ਦੇ ਲੈਂਪਟਨ ਕਾਊਂਟੀ ਦੇ ਵਿੱਚ ਦੇਖਿਆ ਗਿਆ ਸੀ। ਉਹਦੇ ਤੋਂ ਪਹਿਲਾਂ ਅਲਬਰਟਾ ਦੇ ਵਿੱਚ ਇਹਨੂੰ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਕੁਬੈਕ ਦੇ ਵਿੱਚ ਜਿਹੜਾ ਦੇਖਿਆ ਗਿਆ ਸੀਗਾ, ਵਾਇਰਸ ਮਿਲਿਆ ਸੀ। ਉਹਦੇ ਤੋਂ ਬਾਅਦ ਪਹਿਲੀ ਵਾਰੀ ਜਿਹੜਾ ਹੈਗਾ ਕਿ RHDV ontario ਦੇ ਵਿੱਚ ਡਾਇਗਨੋਜ਼ ਕੀਤਾ ਗਿਆ ਹੋਵੇ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ CFIA ਨੇ ਇਹ ਸਟੇਟਮੈਂਟ ਦੇ ਵਿੱਚ ਦੱਸਿਆ ਆ ਕਿ ਇਹਦਾ ਹਜੇ ਤੱਕ ਓਰੀਜਨ ਅਨਨੋਨ ਆ ਕਿ ਕਿੱਥੋਂ ਇਹ ਇਨਫੈਕਸ਼ਨ ਹੋਈ ਆ। ਜਿਹੜੇ ਇਨਫੈਕਟਡ ਪੈਟ ਰੈਬਿਟਸ ਨੇ ਜਿਹੜੇ ਲੋਕਾਂ ਨੇ ਰੱਖੇ ਆ ਉਸੇ ਘਰ ਦੇ ਵਿੱਚ ਆ, ਅਤੇ ਉਹ ਕਹਿੰਦੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਗਿਆ ਅਤੇ ਡਾਇਗਨੋਜ਼ ਉਹਨਾਂ ਨੂੰ ਕੀਤਾ ਗਿਆ। ਅਤੇ ਹੁਣ ਅੱਗੇ ਜਿਹੜੀ ਗੱਲਬਾਤ ਚੱਲ ਰਹੀ ਹੈ, ਇਨਵੈਸਟੀਗੇਸ਼ਨ ਉਹ ਕਹਿੰਦੇ ਕੰਪਲੀਟ ਕਰ ਲਈ ਆ। ਹਜੇ ਤੱਕ ਇਹ ਨਹੀਂ ਹੈ ਕਿ ਕੋਈ ਬਹੁਤ ਵੱਡਾ ਉਹਨਾਂ ਕੰਟੈਕਟਸ ਨੂੰ, ਜਿਹੜੇ ਕੰਟੈਕਟ ਹੈਗੇ ਆ, ਕਿ ਬਹੁਤ ਵੱਡਾ ਰਿਸਕ ਉੱਥੇ ਹੋਵੇ, ਇੱਦਾਂ ਦੀ ਕੋਈ ਗੱਲਬਾਤ ਨਹੀਂ ਆ। ਪਰ ਇਹ ਦੱਸਿਆ ਜਾ ਰਿਹਾ ਕਿ ਅਸੀਂ ਪ੍ਰੋਵਿੰਸ ਦੇ ਨਾਲ ਅਤੇ ਹੋਰ ਥਾਵਾਂ ਦੇ ਉੱਤੇ ਕੋਲੈਬੋਰੇਟ ਕਰਕੇ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਹਾਂ। ਜਿਹੜੀ ਰੈਬਿਟ ਹੈਮੋਰੇਜਿਕ ਡਿਜ਼ੀਜ਼ ਆ, ਇਹ ਕਹਿੰਦੇ ਇੱਕ ਬਹੁਤ ਜ਼ਿਆਦਾ ਕੰਟੇਜੀਅਸ ਆ ਅਤੇ ਮਾਰੂ ਵਾਇਰਸ ਆ। ਇਹਦੇ ਨਾਲ ਜਿਹੜਾ ਜਾਨਵਰ ਦੀ ਮੌਤ ਵੀ ਹੋ ਜਾਂਦੀ ਹੈ ਕੰਟੈਕਟ ਦੇ ਨਾਲ। ਇਨਫੈਕਟਡ ਜਿਹੜਾ ਉਹਦੀ ਬਾਡੀ ਦੇ ਵਿੱਚ ਫਲੂਇਡ ਹੁੰਦਾ ਉਹਦੇ ਨਾਲ, ਜਾਂ ਜਿਹੜਾ ਉਹਦਾ ਹੋਰ ਚੀਜ਼ਾਂ ਦੇ ਨਾਲ ਇਹ ਹੋ ਸਕਦਾ ਹੁੰਦਾ। ਸਿੰਪਟਮ ਇਹਦੇ ਵਿੱਚ ਇਹ ਹੁੰਦੇ, ਕਹਿੰਦੇ ਬੁਖਾਰ ਹੋ ਜਾਂਦਾ, ਭੁੱਖ ਮਰ ਜਾਂਦੀ ਆ, ਅੱਖਾਂ ਦੇ ਵਿੱਚ ਬਲੱਡ ਸਪੌਟਸ ਆ ਜਾਂਦੇ ਆ, ਇਸੇ ਤਰ੍ਹਾਂ ਹੀ ਜਿਹੜਾ ਨੱਕ ਦੇ ਵਿੱਚੋਂ ਬਲੱਡ ਆਉਣ ਲੱਗ ਜਾਂਦਾ। ਹੋਰ ਨਿਊਰੋਲੋਜੀਕਲ ਸਾਈਨਸ ਵੀ ਇਹਦੇ ਹੁੰਦੇ ਆ, ਜਿਹੜਾ ਜਾਨਵਰ ਉਹ ਤੁਰਦਾ ਨਹੀਂ, ਪੈਰਾਲਾਈਸਿਸ ਵੀ ਹੋ ਜਾਂਦਾ, ਅਧਰੰਗ ਵੀ ਹੋ ਸਕਦਾ ਆ। ਅਤੇ ਇਹ ਵਾਇਰਸ ਜਦੋਂ ਰੈਬਿਟਸ ਦੇ ਵਿੱਚ ਐਕਸਪੋਜ਼ ਹੋਇਆ, ਉਹਦੇ ਤੋਂ ਬਾਅਦ ਜਿਹੜਾ ਇਹਦਾ ਇਹ ਹੁਣ ਗੱਲਬਾਤ ਉੱਥੋਂ ਪਹਿਲੀ ਵਾਰੀ ਇਸ ਕਿਸਮ ਦੀ ਸਾਹਮਣੇ ਆਈ ਹੈ। ਬਹੁਤ ਸਾਰੇ ਵਾਇਰਸ ਆ ਜਿਹੜੇ ਇਕੱਲੇ ਜਾਨਵਰਾਂ ਦੇ ਵਿੱਚ ਹੁੰਦੇ ਆ, ਬਹੁਤ ਸਾਰੇ ਵਾਇਰਸ ਆ ਜਿਹੜੇ ਇਕੱਲੇ ਹਿਊਮਨਸ ਦੇ ਵਿੱਚ ਹੁੰਦੇ ਆ, ਅਤੇ ਕਈ ਵਾਇਰਸ ਆ ਜਿਹੜੇ ਇੱਧਰੋਂ ਉੱਧਰ ਚਲੇ ਜਾਂਦੇ ਆ, ਜਿਨ੍ਹਾਂ ਬਾਰੇ ਚਿੰਤਾ ਹੁੰਦੀ ਆ। ਕਦੇ ਇੱਕ ਵਾਇਰਸ, ਫਿਰ ਮੌਂਕੀ ਪੌਕਸ, ਅਤੇ ਹੁਣ ਜਦੋਂ ਇਹ
ਪਹਿਲੀ ਵਾਰ ਉੱਥੇ ਰੈਬਿਟ ਦੇ ਵਿੱਚ ਜਿਹੜਾ ਵਾਇਰਸ ਆਇਆ ਤਾਂ ਜਿਹੜੇ ਵੈਟਨੇਰੀਅਨ ਨੇ ਉਹ ਵੀ ਇਸ ਗੱਲ ਤੋਂ ਚਿੰਤਤ ਨੇ ਕਿ ਇਹ ਕਿਤੇ ਹੋਰ ਜਾਨਵਰਾਂ ਦੇ ਵਿੱਚ ਫੈਲ ਕੇ ਹੋਰ ਵੱਡੀ ਸਮੱਸਿਆ ਪੈਦਾ ਨਾ ਕਰੇ। ਇਹਦੀ ਵੈਕਸੀਨ ਜਿਹੜੀ ਯੂਰਪ ਦੇ ਵਿੱਚ ਅਵੇਲੇਬਲ ਆ, US ਦੇ ਵਿੱਚ ਵੀ ਹੈਗੀ ਹੈ, ਪਰ ਕੈਨੇਡਾ ਦੇ ਵਿੱਚ ਇਸ ਵਾਇਰਸ ਦੀ ਵੈਕਸੀਨ ਕਮਰਸ਼ੀਅਲੀ ਅਪਰੂਵ ਨਹੀਂ ਕੀਤੀ ਗਈ। ਜਿਹੜੇ ਕੈਨੇਡੀਅਨ ਵੈਟਨੇਰੀਅਨ ਨੇ ਉਹ ਇਸ ਵੈਕਸੀਨ ਦੀ ਰਿਕੁਐਸਟ ਕਰ ਸਕਦੇ ਆ, ਜਿਹੜਾ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕੀਤੀ ਵੀ ਆ। ਸੋ ਕੁਛ ਥਾਵਾਂ ਦੇ ਉੱਤੇ ਦੱਸਦੇ ਆ ਕਿ ਇਹ ਵੈਕਸੀਨ ਮਿਲ ਜਾਂਦੀ ਆ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ 1500 ਰੈਬਿਟ ਫਾਰਮਸ ਨੇ ਕੈਨੇਡਾ ਦੇ ਵਿੱਚ, ਜਿਹੜੇ ਪਿਛਲੇ ਸਾਲ ਤੱਕ ਦੀ ਗਿਣਤੀ ਸੀਗੀ। ਸੋ 96 ਦੇ ਵਿੱਚ 1996 ਦੇ ਵਿੱਚ 6400 ਸੀਗੇ, ਤੇ ਰੈਬਿਟਸ ਫਾਰਮ ontario ਦੇ ਵਿੱਚ ਸਭ ਤੋਂ ਵੱਧ ਨੇ। ਇਸੇ ਕਰਕੇ ਜੇਕਰ ਉੱਥੇ ਵਾਇਰਸ ਸਾਹਮਣੇ ਆਇਆ ਤਾਂ ਉੱਥੇ ਚਿੰਤਾ ਸਭ ਤੋਂ ਵੱਧ ਪਾਈ ਜਾ ਰਹੀ ਹੈ ਕਿ ਇਹ ਖਰਗੋਸ਼ ਸਹਿ ਜਿਹੜੇ ਰੱਖੇ ਜਾ ਰਹੇ ਆ, ਇਹ ਕਿਤੇ ਫੈਲਦੀ ਬਿਮਾਰੀ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਨਾ ਫੈਲ ਜਾਵੇ। ਇਹ ਡਿਜ਼ੀਜ਼ ਪਹਿਲਾਂ ਵੀ ਯੂਰਪ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ, ਕਿਊਬਾ, ਕੁਝ ਸਾਊਥ ਜਿਹੜੇ ਕੁਝ ਅਫਰੀਕਾ ਦੇ ਪਾਰਟਸ ਤੇ ਕੁਝ ਏਸ਼ੀਆ ਦੇ ਵਿੱਚ ਹੈਗੀ ਆ। ਓਕੇਜਨਲੀ ਕਿਤੇ ਆਊਟਬ੍ਰੇਕਸ ਇਸ ਵਾਇਰਸ ਦੀ ਪਹਿਲਾਂ ਵੀ ਕੈਨੇਡਾ ਦੇ ਵਿੱਚ ਵੀ ਹੋ ਚੁੱਕੀ ਆ। ਕੈਨੇਡਾ ਤੇ US ਦੋਵਾਂ ਦੇ ਵਿੱਚ 2011, 2016 ਤੇ 2018 ਦੇ ਵਿੱਚ ਇਹ ਹੋਈ ਸੀ। ਡਾਇਰੈਕਟ ਕੰਟੈਕਟ ਜਦੋਂ ਇੱਕ ਰੈਬਿਟ ਦਾ ਦੂਜੇ ਰੈਬਿਟ ਦੇ ਨਾਲ ਆਉਂਦਾ ਆ ਤਾਂ ਇਹ ਬਿਮਾਰੀ ਹੋ ਜਾਂਦੀ ਆ, ਤੇ ਇਹ ਇੱਕ ਵੱਡੀ ਸਮੱਸਿਆ ਇਸ ਵੇਲੇ ਸਾਹਮਣੇ ਆ ਰਹੀ ਹੈ। ਜਿਹੜੇ ਇਹ ਪਸ਼ੂਆਂ ਦੇ ਡਾਕਟਰ ਨੇ ਉਹ ਇਸ ਗੱਲ ਤੋਂ ਚਿੰਤਤ ਨੇ ਕਿ ਇਹ ਬਿਮਾਰੀ ਜਾਂ ਤਾਂ ਇੱਥੇ ਰੁਕ ਜਾਵੇ, ਕਿਤੇ ਵੱਡੀ ਸਮੱਸਿਆ ਨਾ ਬਣ ਜਾਵੇ। ਅਸੀਂ ਅਕਸਰ ਗੱਲਬਾਤ ਕੀਤੀ ਕਿ ਨਵੀਆਂ ਕਾਰਾਂ ਨੂੰ ਬੁੱਕ ਕਰਵਾਉਣ ਤੋਂ ਬਾਅਦ ਬੜਾ ਲੰਬਾ ਸਮਾਂ ਉਹਨਾਂ ਦੀ ਉਡੀਕ ਕਰਨੀ ਪੈਂਦੀ ਆ। ਫਿਰ ਇਹ ਵੀ ਗੱਲਬਾਤ ਆ ਕਿ ਜਿਹੜੀਆਂ ਯੂਜ਼ਡ ਕਾਰਾਂ ਆ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਬਹੁਤ ਸਾਰਾ ਵਾਧਾ ਹੋਇਆ। ਕੈਨੇਡਾ, ਅਮਰੀਕਾ ਦੇ ਵਿੱਚ ਉਹ ਕਾਰਾਂ ਮਿਲ ਨਹੀਂ ਰਹੀਆਂ। ਕਈ ਕੇਸਿਸ ਦੇ ਵਿੱਚ ਯੂਜ਼ਡ ਕਾਰਾਂ ਦੀ ਕੀਮਤ ਨਵੀਆਂ ਕਾਰਾਂ ਤੋਂ ਵੀ ਜ਼ਿਆਦਾ ਆ, ਕਿਉਂਕਿ ਉਹ ਕਾਰ ਉਸ ਵੇਲੇ ਅਵੇਲੇਬਲ ਆ, ਤੇ ਦੂਜੀਆਂ ਕਾਰਾਂ ਜਿਹੜੀਆਂ ਅਜੇ ਉਹਨਾਂ ਨੇ 6 ਮਹੀਨੇ ਜਾਂ ਸਾਲ ਬਾਅਦ ਮਿਲਣਾ ਆ। ਕੰਪਨੀਆਂ ਇਸ ਗੱਲ ਦੀ ਵੀ ਗਰੰਟੀ ਨਹੀਂ ਕਰਦੀਆਂ ਕਿ ਤੁਸੀਂ ਡਿਪੋਜ਼ਿਟ ਦੇ ਦਿੱਤਾ ਤਾਂ ਸਾਲ ਬਾਅਦ ਤੁਹਾਨੂੰ ਕਾਰ ਜਾਂ ਇੰਨੇ ਸਮੇਂ ਬਾਅਦ ਮਿਲ ਜਾਊਗੀ। ਉਹ ਕਹਿੰਦੇ ਹੋ ਸਕਦਾ ਜੇਕਰ ਕਾਰ ਨਾ ਮਿਲੀ ਤਾਂ ਅਸੀਂ ਤੁਹਾਡੇ ਪੈਸੇ ਵਾਪਸ ਕਰ ਦਾਂਗੇ। ਮਤਲਬ ਇੱਕ ਅਨਸਰਟਨਟੀ ਆ, ਇੱਕ ਅਨਿਸ਼ਚਿਤਤਾ ਲੋਕਾਂ ਦੇ ਵਿਚਕਾਰ ਆ। ਹੁਣ ਅਗਲੀ ਖਬਰ ਜਿਹੜੀ ਸਾਹਮਣੇ ਆਈ ਆ ਕਿ ਰੈਂਟ ਦੇ ਉੱਤੇ ਵੀ ਕਾਰਾਂ ਨਹੀਂ ਮਿਲ ਰਹੀਆਂ। ਜਿਹੜੀਆਂ ਰੈਂਟਲ ਕੰਪਨੀਆਂ ਸੀ, ਜਦੋਂ ਕੋਵਿਡ ਆਇਆ ਸੀ ਤਾਂ ਇਹ ਵੀ ਲਗਭਗ ਬੰਦ ਹੋਣ ਦੇ ਕੰਢੇ ਚਲੇ ਗਈਆਂ ਸੀ। ਬਹੁਤ ਵੱਡੀ ਕਾਰਾਂ ਦੀ ਗਿਣਤੀ ਇਹਨਾਂ ਨੇ ਵੇਚ ਦਿੱਤੀ ਸੀ, ਤੇ ਉਦੋਂ ਇਹ ਵੀ ਕਹਿੰਦੇ ਸੀ ਕਿ ਕਾਰਾਂ ਬਹੁਤ ਸਸਤੀਆਂ ਹੋ ਜਾਣੀਆਂ ਕਿਉਂਕਿ ਲੋਕ ਜਾ ਹੀ ਨਹੀਂ ਰਹੇ ਬਾਹਰ, ਤੇ ਉਹ ਖੜੀਆਂ ਕਾਰਾਂ ਜਿਹੜੀਆਂ ਨੇ ਉਹ ਕੋਈ ਮਤਲਬ ਨਹੀਂ ਉਹਨਾਂ ਦਾ, ਤੇ ਉਹ ਵੇਚੀਆਂ ਜਾ ਰਹੀਆਂ ਸੀ। ਹੁਣ ਉਹਨਾਂ ਕੋਲੇ ਕਾਰਾਂ ਘੱਟ ਗਈਆਂ, ਲੋਕ ਘੁੰਮਣ ਫਿਰਨ ਲਈ ਵੱਧ ਗਏ। ਜਦੋਂ ਕੋਵਿਡ ਖਤਮ ਹੋਇਆ ਲੋਕਾਂ ਨੇ ਘੁੰਮਣਾ ਫਿਰਨਾ ਸ਼ੁਰੂ ਕਰ ਦਿੱਤਾ, ਤੇ ਕੁਦਰਤੀ ਤੌਰ ਦੇ ਉੱਤੇ ਜਦੋਂ ਮੰਗ ਵੱਧ ਗਈ ਹੈ ਤੇ ਮੂਹਰੇ ਚੀਜ਼ਾਂ ਹੈ ਨਹੀਂ, ਤੇ ਉਹ ਇੱਕ ਵੱਖਰੀ ਸਮੱਸਿਆ ਪੈਦਾ ਹੋ ਗਈ ਆ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਰੈਂਟਲ ਕਾਰਾਂ ਨਹੀਂ ਮਿਲ ਰਹੀਆਂ। ਤੁਸੀਂ ਕੋਈ ਵੀ ਰੈਂਟਲ ਕਾਰ ਆਨਲਾਈਨ ਚੈੱਕ ਕਰਕੇ ਦੇਖੋ, ਜੇ ਮਿਲ ਵੀ ਰਹੀ ਤਾਂ ਉਹਨਾਂ ਦੀ ਜਿਹੜੇ ਕਿਰਾਏ ਇੰਨੇ ਜ਼ਿਆਦਾ ਆ ਕਿ ਜਿਹੜੇ ਸੋਚੇ ਵੀ ਨਹੀਂ ਜਾ ਸਕਦੇ। ਜੇ ਇਸ ਜਿਹੜੇ ਕਿਰਾਏ ਦੇ ਉੱਤੇ ਪਹਿਲਾਂ RV ਵੈਨ ਮਿਲ ਜਾਂਦੀ ਸੀ, ਉਹ ਵੈਨ ਦੇ ਥਾਂ ਦੇ ਉੱਤੇ ਹੁਣ ਤੁਹਾਨੂੰ ਜਿਹੜੀ ਸਧਾਰਨ ਕਾਰ ਵੀ ਓਨੇ ਕਿਰਾਏ ਦੇ ਉੱਤੇ ਰੋਜ਼ ਨਹੀਂ ਮਿਲ ਸਕਦੀ। ਪਹਿਲੇ ਸਮੇਂ ਦੇ ਵਿੱਚ ਲੋਕ ਆਮ ਤੌਰ ਦੇ ਉੱਤੇ ਰੈਂਟ ਕਰਦੇ ਸੀ ਕਾਰ, ਭਾਵੇਂ ਉਹਨਾਂ ਕੋਲ ਆਪਣੀਆਂ ਕਾਰਾਂ ਹੁੰਦੀਆਂ ਵੀ ਸੀ, ਪਰ ਜਦੋਂ ਲੌਂਗ ਟ੍ਰਿਪ ਦੇ ਉੱਤੇ ਜਾਂਦੇ ਸੀ ਬਹੁਤੀ ਵਾਰੀ ਲੋਕ ਰੈਂਟ ਕਰ ਲੈਂਦੇ ਸੀ। ਇੰਨਾ ਕੁ ਸੌਖਾ ਕੰਮ ਸਮਝਿਆ ਜਾਂਦਾ ਸੀ। ਪਰ ਹੁਣ ਇਹ ਸਮੱਸਿਆ ਬਹੁਤ ਵੱਡੀ ਆ ਗਈ ਆ। ਨਿਊਫਾਊਂਡਲੈਂਡ ਦੇ ਵਿੱਚ ਦੋ ਭੈਣਾਂ ਆਈਆਂ, ਇੱਕ ਨਿਊਜ਼ ਏਜੰਸੀ ਨੇ, CBC ਨੇ ਇਹ ਖਾਸ ਤੌਰ ਦੇ ਉੱਤੇ ਸਟੋਰੀ ਸਾਂਝੀ ਕੀਤੀ ਆ ਕਿ ਉੱਥੇ ਉਹ ਭੈਣਾਂ ਆਈਆਂ ਤੇ ਰੈਂਟਲ ਕਾਰ ਉਹਨਾਂ ਨੇ ਲੈਣੀ ਸੀ, ਤੇ ਰੈਂਟਰ ਕਾਰ ਉਹਨਾਂ ਕੋਲ ਉਹ ਨਹੀਂ ਮਿਲੀ। ਤੇ ਜਿਹੜਾ U-Haul ਦਾ ਟਰੱਕ ਹੁੰਦਾ ਆਪਾਂ ਸਮਾਨ ਮੂਵ ਕਰਨ ਦੇ ਲਈ ਜਿਹੜਾ ਵਰਤਦੇ ਆ, ਤੇ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੀਆਂ ਸੀ, ਤੇ ਇੱਥੇ ਜਦੋਂ ਆਈਆਂ ਇਹ, ਤੇ ਇਹਨਾਂ ਨੇ ਫਿਰ ਨਿਊਫਾਊਂਡਲੈਂਡ ਨੂੰ ਜਾਣਾ ਸੀ ਰੈਂਟ ਕਰਕੇ, ਤੇ ਉਹ ਨਹੀਂ ਮਿਲਿਆ, ਤੇ U-Haul ਦਾ ਟਰੱਕ ਲੈ ਕੇ ਇਹ ਇਹਨਾਂ ਨੇ ਘੁੰਮਣਾ ਸ਼ੁਰੂ ਕਰ ਦਿੱਤਾ, ਤੇ ਉਹਦੇ ਵਿੱਚ ਹੀ ਇਹ ਘੁੰਮ ਰਹੇ ਆ। ਬਹੁਤ ਸਾਰੀਆਂ ਕੰਪਨੀਆਂ ਜਦੋਂ ਪਹਿਲਾਂ ਤੁਹਾਡੇ ਨਾਲ ਵਾਅਦਾ ਕਰ ਲੈਂਦੀਆਂ ਕਿ ਜਦੋਂ ਤੁਸੀਂ ਇੱਥੇ ਆਓਗੇ ਤੁਹਾਡੇ ਟ੍ਰਿਪ ਦੇ ਵਿੱਚ ਇਨਕਲੂਡਡ ਅਸੀਂ ਰੈਂਟਲ ਕਾਰ ਦੇਵਾਂਗੇ, ਪਰ ਆਉਣ ਤੋਂ ਬਾਅਦ ਉਹ ਸਾਰਾ ਕੁਛ ਉਹਦੇ ਤੋਂ ਮੁੱਕਰ ਜਾਂਦੇ ਆ ਕਿ ਸਾਡੇ ਕੋਲੇ ਕਾਰਾਂ ਹੈ ਹੀ ਨਹੀਂ। ਇਹੀ ਕੁਛ ਇਹਨਾਂ ਦੇ ਨਾਲ ਹੋਇਆ। ਸੋ U-Haul ਟਰੱਕ ਦੇ ਵਿੱਚ ਘੁੰਮਣਾ ਆਪਣੇ ਆਪ ਦੇ ਵਿੱਚ ਬੜੀ ਵੱਖਰੀ ਜੀ ਗੱਲ ਆ, ਪਰ ਇਹ ਇੱਕ ਵੱਡੀ ਸਮੱਸਿਆ ਇਸ ਵੇਲੇ ਹੈਗੀ ਆ। ਤੇ ਖਾਸ ਕਰਕੇ ਉਹ ਲੋਕ ਜਿਹੜੇ ਇਸ ਵੇਲੇ ਘੁੰਮਣ ਫਿਰ ਜਾਣਾ ਚਾਹੁੰਦੇ ਆ, ਉਹਨਾਂ ਨੇ ਜਿਹੜੀ ਇਹ ਬੁਕਿੰਗ ਕੀਤੀ ਆ ਕਿਤੇ ਵੀ ਰੈਂਟਲ ਕਾਰ ਦੀ, ਉਹਦੇ ਬਾਰੇ ਡਬਲ ਚੈੱਕ ਜ਼ਰੂਰ ਕਰ ਲਿਆ ਜਾਵੇ। ਜਿਹੜੀਆਂ ਰੈਂਟਲ ਏਜੰਸੀਜ਼ ਨੇ ਉਹਨਾਂ ਨੇ ਆਪਣੇ ਫਲੀਟ ਡਰੈਸਟਿਕਲੀ ਰਿਡਿਊਸ ਕਰ ਦਿੱਤੇ ਸੀ, ਵੱਡੀ ਗਿਣਤੀ ਦੇ ਵਿੱਚ ਘਟਾ ਦਿੱਤੇ ਸੀ, ਕਾਰਾਂ ਵੇਚ ਦਿੱਤੀਆਂ ਸੀ ਕਿ ਜਦੋਂ ਘੁੰਮਣ ਫਿਰਨ ਨੂੰ ਕੋਈ ਨਹੀਂ ਆ ਰਿਹਾ। ਤੇ ਹੁਣ ਜਿਹੜੀ ਡਿਮਾਂਡ ਆ ਉਹ ਜਿਹੜੀ ਸਪਲਾਈ ਨੂੰ ਐਕਸੀਡ ਕਰ ਗਈ ਆ,
ਤੇ ਬਾਕੀ ਪ੍ਰੋਵਿੰਸਿਸ ਦੇ ਵਿੱਚ ਵੀ ਇਹੀ ਹਾਲ ਆ, ਤੇ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਵਿੱਚ ਵੀ ਇਹ ਹਾਲ ਦੱਸੀ ਜਾ ਰਹੀ ਹੈ। ਜਿਹੜੇ ਟੂਰਿਜ਼ਮ ਮਿਨਿਸਟਰ ਨੇ ਸਟੀਵ ਕ੍ਰੋਕਰ, ਉਹਨਾਂ ਨੇ ਕਿਹਾ ਕਿ ਫਰਵਰੀ ਦੇ ਵਿੱਚ ਜਿਹੜੇ ਟਰੈਵਲਰ ਆ ਉਹਨਾਂ ਨੂੰ ਜਿਹੜੀਆਂ ਕਾਰਾਂ ਕੁਛ ਮਹੀਨੇ ਐਡਵਾਂਸ ਦੇ ਵਿੱਚ ਬੁੱਕ ਕਰਨੀਆਂ ਚਾਹੀਦੀਆਂ, ਇਹਨਾਂ ਨੇ ਪਹਿਲਾਂ ਹੀ ਕਿਹਾ ਸੀ, ਤਾਂ ਕਿ ਅੱਗੇ ਕੋਈ ਤੁਹਾਨੂੰ ਸਮੱਸਿਆ ਨਾ ਆਵੇ। ਪਰ ਜਿਹੜੀਆਂ ਇਹ ਸਮੱਸਿਆਵਾਂ ਨੇ ਆ ਰਹੀਆਂ, ਤੇ ਲੋਕ ਹੁਣ ਕਾਰਾਂ ਦੀ ਥਾਂ ਦੇ ਉੱਤੇ ਜਿਹੜੇ ਯੂ ਹਾਲ ਦੇ ਟਰੱਕ, ਜਿਹੜਾ ਮਤਲਬ ਜੋ ਕੁਛ ਵੀ ਅਵੇਲੇਬਲ ਆ ਉਹ ਲੈ ਕੇ ਘੁੰਮ ਫਿਰ ਰਹੇ ਨੇ। ਜਿਹੜੇ ਰੈਂਟਲ ਕਾਰਾਂ ਇਸ ਵੇਲੇ ਜਿਹੜੀਆਂ ਹੈਗੀਆਂ ਨੇ ਉਹ $1100 ਇੱਕ ਹਫ਼ਤੇ ਦਾ ਕੋਸਟ ਕਰ ਰਹੀਆਂ। ਜੇਕਰ ਤੁਸੀਂ ਐਕਸਪੀਡੀਆ ਦੇ ਉੱਤੇ ਵੀ ਜਾ ਕੇ ਦੇਖੋ, ਤੇ ਜਿਹੜਾ 20 ਫੁੱਟ ਦਾ ਯੂ ਹਾਲ ਵੈਨ ਆ ਉਹ ਤੁਹਾਨੂੰ $320 ਜਿਹੜਾ ਕੋਸਟ ਕਰਦਾ ਹੈ, ਤੇ ਪਲੱਸ ਉਹਦੇ 90 ਸੈਂਟ ਪਰ ਕਿਲੋਮੀਟਰ ਹੁੰਦੇ ਆ। ਸੋ ਬੜਾ ਸਿੱਧੀ ਜੀ ਗੱਲ ਆ ਕਿ ਜਿਹੜੀ ਚੀਜ਼ ਅਵੇਲੇਬਲ ਆ ਤੇ ਉਹਨੂੰ ਲੈ ਕੇ ਉਹ ਆਪਣਾ ਘੁੰਮ ਫਿਰ ਰਹੇ ਆ। ਕਿਸੇ ਨੇ ਹਫ਼ਤੇ ਦੇ ਲਈ ਰੈਂਟ ਕਰਨਾ, ਕਿਸੇ ਨੇ ਮਹੀਨੇ ਦੇ ਲਈ ਰੈਂਟ ਕਰਨਾ। ਲੋਕ ਜੋ ਕੁਛ ਵੀ ਮਿਲਿਆ ਉਹ ਲੈ ਰਹੇ। ਜੇਕਰ ਤੁਸੀਂ ਕਿਤੇ ਜਾ ਰਹੇ ਹੋ ਤਾਂ ਪਹਿਲਾਂ ਆਪਣੇ ਡਬਲ ਚੈੱਕ ਪਲਾਨ ਨੂੰ ਜ਼ਰੂਰ ਕਰ ਲਿਆ ਜਾਵੇ। ਅਸੀਂ ਪਹਿਲਾਂ ਏਅਰ ਕੈਨੇਡਾ ਦੀ ਗੱਲਬਾਤ ਕੀਤੀ ਹੈ ਕਿ ਕੈਨੇਡਾ ਦੇ ਏਅਰਪੋਰਟਸ ਦੇ ਉੱਤੇ ਏਅਰ ਕੈਨੇਡਾ ਤੇ ਵੱਖ-ਵੱਖ ਏਅਰਲਾਈਨਸ ਦੇ ਵਿੱਚ ਦੇਰੀ ਹੋ ਰਹੀ ਆ। ਮਸਲਾ ਅਮਰੀਕਾ ਦੇ ਵਿੱਚ ਵੀ ਉਹੀ ਖੜਾ। ਅਮਰੀਕਾ ਦੇ ਵਿੱਚ ਸੋਮਵਾਰ ਤੱਕ 700 ਫਲਾਈਟ ਕੈਂਸਲ ਹੋਈ ਆ। ਇੱਕ ਤੇ ਜਿਹੜਾ ਮੌਸਮ, ਤੇ ਦੂਜਾ ਵੱਡਾ ਕਾਰਨ ਉਹਨਾਂ ਨੇ ਦੱਸਿਆ ਸਟਾਫ ਸ਼ਾਰਟੇਜ। ਤੇ ਜਿਹੜਾ ਸਟਾਫ ਆ ਉਹ ਉਨਾ ਜ਼ਿਆਦਾ ਨਹੀਂ ਏਅਰਲਾਈਨਸ ਰੱਖ ਰਹੀਆਂ ਜਿੰਨਾ ਇਹਨਾਂ ਨੂੰ ਇਸ ਵੇਲੇ ਚਾਹੀਦਾ ਆ। ਲੋਕ ਸਮਰ ਦੇ ਵਿੱਚ ਟਰੈਵਲ ਕਰ ਰਹੇ ਆ, ਟਰੈਵਲ ਦੀ ਡਿਮਾਂਡ ਵਧੀ ਆ। 700 ਫਲਾਈਟ ਕੈਂਸਲ ਹੋਈ ਹੈ, ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨੰਬਰ ਹੈ। ਟੋਟਲ ਫਲਾਈਟ ਜਿਹੜੀ ਕੈਂਸਲੇਸ਼ਨ ਦੱਸਦੇ ਆ ਕਿ ਆਉਣ ਵਾਲੇ ਜਾਂ ਜਾਣ ਵਾਲੀ ਆ ਉਹ ਈਸਟਰਨ ਟਾਈਮ 11:15 ਤੋਂ ਲੈ ਕੇ 11:15 ਵਜੇ ਜਦੋਂ ਦੇਖਿਆ ਉਹਨਾਂ ਨੇ ਤਾਂ 728 ਸੀਗੀ ਜਿਹੜੀ ਫਲਾਈਟ ਵੇਅਰ ਵੈਬਸਾਈਟ ਆ ਉਹਦੇ ਹਿਸਾਬ ਨਾਲ। ਜਦੋਂ ਤੁਸੀਂ ਉਹ ਚੈੱਕ ਕਰਦੇ ਆ 860 ਫਲਾਈਟਾਂ ਐਤਵਾਰ ਨੂੰ ਕੈਂਸਲ ਹੋਈਆਂ। ਸੋ 700-800 ਫਲਾਈਟ ਰੋਜ਼ ਜਿਹੜੀ ਕੈਂਸਲ ਹੋ ਰਹੀ ਹੈ। ਡੈਲਟਾ ਏਅਰਲਾਈਨ ਦੀਆਂ 200 ਕੈਂਸਲੇਸ਼ਨ ਸੀਗੀਆਂ। ਇਸੇ ਤਰ੍ਹਾਂ ਯੂਨਾਈਟਿਡ ਏਅਰਲਾਈਨ ਦੀਆਂ ਜਿਹੜੀਆਂ ਯੂਨਾਈਟਿਡ ਏਅਰਲਾਈਨਸ ਹੋਲਡਿੰਗ ਇਨਕੋਰਪੋਰੇਸ਼ਨ ਤੇ ਰਿਪਬਲਿਕ ਏਅਰਲਾਈਨਸ ਇਨਕੋਰਪੋਰੇਸ਼ਨ ਦੀਆਂ 195 ਤੇ 122 ਫਲਾਈਟਾਂ ਕੈਂਸਲ ਹੋਈਆਂ। ਜਿਹੜੇ ਅਮਰੀਕਨ ਏਅਰਲਾਈਨ ਗਰੁੱਪ ਆ, ਅਮਰੀਕਨ ਏਅਰਲਾਈਨ ਗਰੁੱਪ ਇਨਕੋਰਪੋਰੇਸ਼ਨ ਆ, ਉਹਦੀਆਂ 61 ਫਲਾਈਟਾਂ ਸੋਮਵਾਰ ਨੂੰ ਕੈਂਸਲ ਹੋਈਆਂ। ਅਮਰੀਕਨ ਏਅਰਲਾਈਨ ਇਹ ਕਹਿ ਰਿਹਾ ਹੈ ਕਿ ਕੈਂਸਲੇਸ਼ਨ ਬਹੁਤ ਵੱਡੀ ਜਿਹੜੀ ਹੋ ਰਹੀ ਆ ਉਹ ਸਾਡੀ ਵੈਦਰ ਕਰਕੇ ਹੋ ਰਹੀ ਹੈ। ਏਅਰ ਟ੍ਰੈਫਿਕ ਕੰਟਰੋਲ ਦਾ ਜਿਹੜਾ ਇਹ ਹੈਗਾ ਆ ਉਹਦੇ ਕਰਕੇ ਇਹ ਸਮੱਸਿਆ ਆ ਰਹੀ ਹੈ। ਡੈਲਟਾ, ਯੂਨਾਈਟਿਡ ਤੇ ਰਿਪਬਲਿਕ ਇਹਦੇ ਬਾਰੇ ਰਾਊਟਰਸ ਨੂੰ ਉਹਨਾਂ ਨੇ ਕੁਛ ਬਹੁਤੀ ਗੱਲ ਨਹੀਂ ਦੱਸੀ, ਤੇ ਕਿ ਮਸਲਾ ਸਟਾਫ ਦਾ ਆ ਜਾਂ ਦੂਜੇ ਪਾਸੇ ਆ। ਯੂਰਪ ਦੇ ਵਿੱਚ ਵੀ ਜਿਹੜੀਆਂ ਏਅਰਪੋਰਟ ਦੇ ਉੱਤੇ ਜੋ ਕੁਛ ਹੋਇਆ ਉੱਥੇ ਵੀ ਇੰਪਲੋਈ ਦੀ ਸ਼ਾਰਟੇਜ ਨੂੰ ਬਲੇਮ ਕੀਤਾ ਜਾ ਰਿਹਾ ਕਿ ਉਹੀ ਇੱਕੋ ਇੱਕ ਕਾਰਨ ਆ। ਸੋ ਸਮੱਸਿਆ ਇਕੱਲੇ ਕੈਨੇਡਾ ਦੇ ਵਿੱਚ ਨਹੀਂ, ਅਮਰੀਕਾ ਦੇ ਵਿੱਚ ਵੀ ਆ, ਯੂਰਪ ਦੇ ਵਿੱਚ ਵੀ ਇਹੀ ਆ। ਜਿਹੜਾ ਯੂਐਸ ਰੈਗੂਲੇਟਰ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਆ, FAA ਆ, ਉਹਦੇ ਕੋਲ ਵੀ ਸਟਾਫ ਦੀ ਸ਼ਾਰਟੇਜ ਦੱਸੀ ਜਾ ਰਹੀ ਆ। ਤੇ ਇਹ ਜਿੰਨਾ ਚਿਰ ਸਟਾਫ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਇਹ ਸਮੱਸਿਆ ਆਉਂਦੀ ਰਹੂਗੀ। ਏਅਰਲਾਈਨਸ ਜਿਹੜੀਆਂ ਅਮਰੀਕਾ ਦੀਆਂ ਨੇ ਇਹ ਦੱਸ ਰਹੇ ਆ ਕਿ FAA ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਕਿ ਜਿਹੜੀ ਏਅਰ ਟ੍ਰੈਫਿਕ ਕੰਟਰੋਲ ਦੇ ਉੱਤੇ ਵੀ ਸਟਾਫ ਦੀ ਘਾਟ ਆ ਉਹਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਪੂਰਾ ਕੀਤਾ ਜਾਵੇ। ਅਸੀਂ ਪਿਛਲੇ ਦਿਨਾਂ ਦੇ ਵਿੱਚ ਵੈਨਕੂਵਰ ਦੀਆਂ ਕੁਝ ਖਬਰਾਂ ਸਾਂਝੀਆਂ ਕੀਤੀਆਂ ਜਿਹਦੇ ਵਿੱਚ ਸੇਵ ਓਲਡ ਗਰੋਥ ਕਿ ਜਿਹੜੇ ਕੁਝ ਲੋਕ ਪ੍ਰੋਟੈਸਟ ਕਰਦੇ ਆ ਕਿ ਇੱਥੇ ਜਿਹੜੇ ਪੁਰਾਣੇ ਦਰਖਤ ਨੇ ਉਹਨਾਂ ਨੂੰ ਬਚਾਇਆ ਜਾਣਾ ਚਾਹੀਦਾ, ਉਹਨਾਂ ਨੂੰ ਕੱਟਿਆ ਨਹੀਂ ਜਾਣਾ ਚਾਹੀਦਾ। ਬਹੁਤ ਸਾਰੇ ਲੋਕ ਆ ਜਿਹੜੇ ਇਹਨਾਂ ਦਰਖਤਾਂ ਦੇ ਨਾਲ ਪਿਆਰ ਕਰਦੇ ਆ ਤੇ ਉਹਨਾਂ ਨੂੰ ਜੰਗਲਾਂ ਦੇ ਵਿੱਚ ਘੁੰਮਣ ਫਿਰਨ ਦਾ ਸ਼ੌਕ ਹੁੰਦਾ ਤੇ ਉੱਥੇ ਜਾ ਕੇ ਤੇ ਟਰੀ ਟਰੈਕਰਸ ਨੇ ਉਹ ਦੇਖਦੇ ਆ ਉੱਥੇ ਜਾ ਕੇ। ਤੇ ਇੱਕ ਟਰੀ ਲੱਭਿਆ ਗਿਆ ਕੈਨੇਡਾ ਦੇ ਵਿੱਚ ਲਿਨ ਵੈਲੀ, ਨਾਰਥ ਵੈਨਕੂਵਰ ਦੇ ਵਿੱਚ। ਲਿਨ ਵੈਲੀ ਦੇ ਵਿੱਚ ਦੱਸਦੇ ਆ ਕਿ ਇਹ ਦਰਖਤ 1000 ਸਾਲ ਪੁਰਾਣਾ ਆ। ਆਪਣੇ ਆਪ ਦੇ ਵਿੱਚ ਜਿਹੜੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਖਬਰ ਆ। ਕੋਲਿਨ ਸਪਰਾਟ ਤੇ ਇਆਨ ਥੋਮਸ, ਦੋ ਇਹ ਟਰੀ ਟਰੈਕਰਸ ਨੇ, ਇਹਨਾਂ ਨੇ ਦੱਸਦੇ ਆ ਕਿ ਐਨਸ਼ੀਅੰਟ ਵੈਸਟਰਨ ਰੈੱਡ ਸੀਡਰ ਦੀ ਭਾਲ ਕੀਤੀ ਹੈ ਜਿਹਦਾ ਡਾਇਆਮੀਟਰ ਜਿਹੜਾ ਉਹ 5.8 ਮੀਟਰ ਯਾਨੀ 6 ਮੀਟਰ ਦੇ ਨੇੜੇ ਤੇੜੇ ਲਿਨ ਵਾਟਰਸ ਦੇ ਵਿੱਚ ਰੀਜਨਲ ਪਾਰਕ ਦੇ ਵਿੱਚ ਇਹ ਲੱਭਿਆ ਗਿਆ। ਤੇ ਦੇਸ਼ ਦੇ ਵਿੱਚ ਹੁਣ ਤੱਕ ਦਾ ਚੌਥਾ ਸਭ ਤੋਂ ਵੱਡਾ ਦਰਖਤ ਆ, ਮਤਲਬ 5.8 ਮੀਟਰ ਡਾਇਆਮੀਟਰ ਚੌੜਾ ਦਰਖਤ, ਚੌਥਾ ਕੈਨੇਡਾ ਦਾ ਸਭ ਤੋਂ ਵੱਡਾ ਦਰਖਤ ਆ।
ਇਹ ਨਾਰਥ ਸ਼ੋਰ ਜਾਂਟ ਦਾ ਨਾਂ ਲਿਆ ਗਿਆ ਤੇ ਦੱਸਦੇ ਆ ਕਿ 1000 ਸਾਲ ਪੁਰਾਣਾ ਇਹ ਦਰਖਤ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ। ਉਹ ਦੱਸਦੇ ਆ ਕਿਉਂਕਿ ਅਸੀਂ 10 ਘੰਟੇ ਇੱਥੇ ਲਾਏ ਆ ਤੇ ਬੜੇ ਡੇਂਜਰਸ ਇਸ ਹਾਲਤ ਦੇ ਵਿੱਚ ਜੂਨ 19 ਦੀ ਗੱਲ ਆ ਤੇ ਫਿਰ ਉਹ ਇੱਥੇ ਪਹੁੰਚੇ ਆ। ਜਿਹੜਾ ਜਦੋਂ ਇਹ ਇੱਥੇ ਜਾ ਕੇ ਉਹਨਾਂ ਨੇ ਦੇਖਿਆ ਤੇ ਫਿਰ ਇਹਦੇ ਬਾਰੇ ਬਾਹਰ ਗੱਲਬਾਤ ਕੀਤੀ ਆ। ਆਪਣੇ ਆਪ ਦੇ ਵਿੱਚ ਇੱਕ ਬਹੁਤ ਵਿਲੱਖਣ ਇਹ ਦਰਖਤ ਜਿਹੜੇ ਇੱਥੇ ਲਿਨ ਵੈਲੀ ਦੇ ਵਿੱਚ ਲੱਭਿਆ ਆ ਤੇ ਜਿਹੜੇ ਵਾਤਾਵਰਣ ਪ੍ਰੇਮੀ ਨੇ, ਖਾਸ ਕਰ ਬੂਟਿਆਂ ਨੂੰ, ਦਰਖਤਾਂ ਨੂੰ ਪਿਆਰ ਕਰਨ ਵਾਲੇ ਨੇ, ਉਹਨਾਂ ਦੇ ਲਈ ਇੱਕ ਬਹੁਤ ਵੱਡੀ ਖਬਰ ਦੱਸੀ ਜਾ ਰਹੀ ਹੈ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਖਬਰਾਂ ਦੇ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।